ਟੱਢਾ ਟਿਗ ਢੂੰਡਹਿ ਕਤ ਆਨਾ, ਢੂੰਡਤ ਹੀ ਟਹਿ ਗਏ ਪ੍ਰਾਨਾ। ਢੱਢਾ ਅਕਸ਼ਰ ਰਾਹੀਂ ਉਪਦੇਸ਼ ਕਰ ਰਹੇ ਨੇ। ਢਿਗ ਦਾ ਮਤਲਬ ਨੇੜੇ, ਨਜ਼ਦੀਕ। ਢੂੰਡਹਿ ਦਾ ਮਤਲਬ ਲੱਭ ਰਿਹਾ ਹੈ। ਕਤ ਦਾ ਮਤਲਬ ਕਿੱਥੇ। ਆਨਾ ਦਾ ਮਤਲਬ ਕਿਸੇ ਹੋਰ ਥਾਂ। ਤਾਂ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਢੱਢੇ ਅਕਸ਼ਰ ਰਾਹੀਂ ਕਿ हे ਭਾਈ, ਪ੍ਰਭੂ ਤੇਰੇ ਬਿਲਕੁਲ ਨਜ਼ਦੀਕ ਹੈ, ਬਿਲਕੁਲ ਨੇੜੇ ਹੈ। ਢੂੰਡਹਿ ਕਤ ਆਨਾ, ਤੂੰ ਕਿਤੇ ਹੋਰ ਥਾਵਾਂ ਤੇ ਕਿਉਂ ਲੱਭਦਾ ਫਿਰਦਾ। ਪ੍ਰਭੂ ਤੇਰੇ ਬਿਲਕੁਲ ਨਜ਼ਦੀਕ ਹੈ, ਤੂੰ ਉਹਨੂੰ ਹੋਰ ਥਾਵਾਂ ਤੇ ਕਿਉਂ ਲੱਭਦਾ ਫਿਰਦਾ। ਹੁਣ ਅਸੀਂ ਸਾਰੀ ਪਾਵਨ ਬਾਣੀ ਦੇ ਵਿੱਚ ਪੜ ਚੁੱਕੇ ਹਾਂ ਹੁਣ ਤੱਕ ਕਿ ਪ੍ਰਭੂ ਸਰਬ ਵਿਆਪਕ ਹੈ। ਘਟ ਘਟ ਮੈਂ ਹਰਜੂ ਵਸੈ, ਜਲ ਥਲ ਮਹੀਲ ਪੂਰਿਆ। ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੇ। ਯਾਨੀ ਪ੍ਰਭੂ ਬਿਲਕੁਲ ਨਜ਼ਦੀਕ ਹੈ, ਉਹਨੂੰ ਬਾਹਰ ਕਿਉਂ ਲੱਭਦਾ ਫਿਰਦਾ। ਆਮ ਜੋ ਜਨਤਾ ਹੈ, ਆਮ ਜੋ ਲੋਕ ਨੇ, ਪ੍ਰਭੂ ਦੀ ਪ੍ਰਾਪਤੀ ਵਾਸਤੇ ਸੰਸਾਰ ਨੂੰ ਛੱਡਣਾ, ਗ੍ਰਸਤ ਨੂੰ ਛੱਡਣਾ, ਜੰਗਲਾਂ ਵਿੱਚ ਵਿਚਰਨਾ ਤੇ ਹੋਰ ਅਨੇਕਾਂ ਕਰਮ ਕਾਂਡ ਕਰਦੇ ਨੇ। ਤਾਂ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਇਹ ਕਰਮ ਕਰਨੇ ਵਿਅਰਥ ਨੇ। ਪ੍ਰਭੂ ਤੇਰੇ ਬਿਲਕੁਲ ਨੇੜੇ ਹੈ, ਤੇਰੇ ਬਿਲਕੁਲ ਅੰਦਰ ਹੈ, ਉਹਨੂੰ ਹੋਰ ਪਾਸੇ ਕਿਉਂ ਲੱਭਦਾ ਫਿਰਦਾ। ਢੂੰਡਤ ਹੀ ਟਹਿ ਗਏ ਪ੍ਰਾਨਾ। ਟਹਿ ਗਏ ਦਾ ਮਤਲਬ ਥੱਕ ਗਏ। ਪ੍ਰਾਨਾ ਦਾ ਮਤਲਬ ਪ੍ਰਾਣ, ਜਿੰਦ। ਬਾਹਰ ਢੂੰਡਦਿਆਂ ਤੇਰੇ ਪ੍ਰਾਣ ਵੀ ਥੱਕ ਗਏ ਨੇ। ਯਾਨੀ ਬੰਦਾ ਮਰ ਜਾਂਦਾ ਹੈ ਲੇਕਿਨ ਰੱਬ ਨਹੀਂ ਲੱਭਦਾ। ਬੰਦਾ ਥੱਕ ਜਾਂਦਾ ਹੈ, ਬੰਦਾ ਪਰੇਸ਼ਾਨ ਹੋ ਜਾਂਦਾ ਹੈ, ਲੇਕਿਨ ਰੱਬ ਨਹੀਂ ਲੱਭਦਾ, ਬਾਹਰ ਲੱਭਦਾ ਫਿਰਦਾ ਹੈ। ਕਿਉਂਕਿ ਰੱਬ ਤਾਂ ਲੱਭੇ ਜੇ ਕਿਤੇ ਉਹ ਗਵਾਚਿਆ ਹੋਵੇ, ਜੇ ਕਿਤੇ ਦੂਰ ਹੋਵੇ। ਗੱਲ ਤਾਂ ਸਮਝਣ ਦੀ ਸੀ ਤੇ ਉਹ ਬਿਨਾਂ ਸਮਝ ਤੋਂ ਬੰਦਾ ਬਾਹਰ ਲੱਭਦਾ ਫਿਰ ਰਿਹਾ ਹੈ। ਸ਼ਾਇਦ ਕਿਤੇ ਉੱਤੇ ਬੈਕੁੰਠ ਵਿੱਚ ਰੱਬ ਬੈਠਾ, ਸਵਰਗ ਜੰਨਤ ਵਿੱਚ ਬੈਠਾ ਹੈ, ਜਾਂ ਕਿਤੇ ਵੱਖਰੇ ਦੇਸ਼ ਸੱਚਖੰਡ ਵਿੱਚ ਬੈਠਾ ਹੈ। ਜੰਗਲਾਂ ਵਿੱਚ ਮੈਂ ਜਾਵਾਂਗਾ, ਬਾਹਰ ਤੀਰਥਾਂ ਤੇ ਇਸ਼ਨਾਨ ਕਰਾਂਗਾ, ਜਪ ਤਪ ਸੰਜਮ ਕਰਾਂਗਾ, ਸ਼ਾਇਦ ਮੈਨੂੰ ਤਾਂ ਉਹ ਲੱਭੇਗਾ। ਤੇ ਇਹ ਕਰਮ ਕਾਂਡ ਕਰਦਿਆਂ, ਇਹ ਕੰਮ ਕਰਦਿਆਂ ਬੰਦਾ ਆਖਿਰ ਥੱਕ ਜਾਂਦਾ ਹੈ। ਬੰਦੇ ਦਾ ਸਰੀਰ ਛੀਣ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ, ਲੇਕਿਨ ਪ੍ਰਭੂ ਦੇ ਨਾਲ ਇਹਦਾ ਮਿਲਾਪ ਹੁੰਦਾ ਨਹੀਂ। ਤਾਂ ਗੁਰੂ ਜੀ ਕਹਿ ਰਹੇ ਨੇ ਵੀ ਢੂੰਡਦਿਆਂ ਤੇਰੇ ਪ੍ਰਾਣ ਵੀ ਥੱਕ ਗਏ ਨੇ, ਤੇਰੇ ਅੰਦਰੋਂ ਸੱਤਿਆ ਵੀ ਖਤਮ ਹੋ ਗਈ ਹੈ, ਰੱਬੀ ਗੁਣ ਵੀ ਜਾਂਦੇ ਰਹੇ ਨੇ, ਲੇਕਿਨ ਤੈਨੂੰ ਉਹਦੀ ਪ੍ਰਾਪਤੀ ਹੋਈ ਨਹੀਂ। ਚੜ ਸੁਮੇਰ ਢੂੰਡ ਜਬ ਆਵਾ। ਚੜ ਦਾ ਮਤਲਬ ਚੜ ਕੇ, ਸੁਮੇਰ ਦਾ ਮਤਲਬ ਸੁਮੇਰ ਪਰਬਤ ਉੱਤੇ, ਢੂੰਡ ਦਾ ਮਤਲਬ ਢੂੰਡ ਕੇ, ਆਵਾ ਦਾ ਮਤਲਬ ਆ ਗਿਆ। ਮਤਲਬ ਆ ਗਿਆ ਦਾ ਮਤਲਬ ਕਿ ਜਦੋਂ ਆਪਣੇ ਅੰਦਰ ਝਾਤ ਮਾਰੀ। ਤਾਂ ਗੁਰੂ ਜੀ ਕਹਿੰਦੇ ਨੇ ਸੁਮੇਰ ਪਰਬਤ ਤੇ ਚੜ ਕੇ ਵੀ ਪ੍ਰਭੂ ਨੂੰ ਉਥੋਂ ਵੀ ਢੂੰਡ ਕੇ, ਲੱਭ ਕੇ, ਜਦੋਂ ਮਨੁੱਖ ਆਪਣੇ ਅੰਦਰ ਝਾਤੀ ਮਾਰਦਾ ਹੈ। ਆਵਾ ਦਾ ਮਤਲਬ ਆਪਣੇ ਅੰਦਰ ਆਇਆ, ਮੀਨਸ ਆਪਣੇ ਆਪ ਨੂੰ ਪਹਿਚਾਣਿਆ, ਸੈਲਫ ਐਨਾਲਿਸਿਸ ਕੀਤਾ, ਆਪਣੇ ਅੰਦਰ ਦੀ ਖੋਜ ਕੀਤੀ। ਜਿਹ ਗੜ ਗੜਿਓ ਸੋ ਗੜ ਮਹਿ ਪਾਵਾ। ਇਹਨੂੰ ਗੜ ਪੋਲਾ ਜਾਂ ਨਹੀਂ ਪੜਨਾ, ਅੜਾੜੇ ਥੱਲੇ ਅੱਧਾ ਹਾਹਾ ਲਾ ਕੇ ਬੋਲਣਾ ਗੜ। ਜਿਹ ਦਾ ਮਤਲਬ ਜਿੰਨੇ, ਗੜ ਦਾ ਮਤਲਬ ਸਰੀਰ ਰੂਪੀ ਕਿਲਾ, ਗੜ ਦਾ ਮਤਲਬ ਕਿਲਾ। ਗੜਿਓ ਦਾ ਮਤਲਬ ਜਿੰਨੇ ਬਣਾਇਆ ਹੈ। ਗੜ ਮਹਿ ਦਾ ਮਤਲਬ ਸਰੀਰ ਦੇ ਅੰਦਰ ਹੀ, ਪਾਵਾ ਦਾ ਮਤਲਬ ਲੱਭ ਲਿਆ। ਤਾਂ ਉਹ ਪ੍ਰਭੂ ਜਿਸ ਨੇ ਇਹ ਸਰੀਰ ਕਿਲਾ ਬਣਾਇਆ ਸੀ, ਇਹ ਸਰੀਰ ਕਿਲੇ ਦੇ ਅੰਦਰ ਹੀ ਉਹ ਲੱਭ ਪਿਆ। ਜਦੋਂ ਪਹਾੜਾਂ ਤੇ ਬਾਹਰ ਢੂੰਡ ਕੇ ਆਖਿਰ ਬੰਦਾ ਆਪਣੇ ਅੰਦਰ ਟਿਕਿਆ, ਆਪਣੇ ਅੰਦਰ ਝਾਤ ਮਾਰੀ, ਆਪਣੇ ਅੰਦਰ ਖੋਜਿਆ, ਤਾਂ ਜਿਸ ਨੇ ਇਹ ਸਰੀਰ ਕਿਲਾ ਬਣਾਇਆ ਸੀ, ਉਹ ਇਹ ਸਰੀਰ ਕਿਲੇ ਦੇ ਅੰਦਰ ਹੀ ਲੱਭ ਗਿਆ। ਤਾਂ ਇਹ ਸਾਰੀ ਇਸ ਪੌੜੀ ਤੋਂ ਸਾਨੂੰ ਭਗਤ ਕਬੀਰ ਜੀ ਸਮਝਾ ਰਹੇ ਹਨ ਕਿ ਰੱਬ ਨੂੰ ਬਾਹਰ ਲੱਭਣ ਦੀ ਯਤਨ ਨਹੀਂ ਕਰਨਾ, ਸਗੋਂ ਉਹ ਅੰਦਰ ਹੈ ਹਰ ਇੱਕ ਦੇ। ਆਪਣੇ ਅੰਦਰੋਂ ਉਸ ਨੂੰ ਵੇਖਣ ਦਾ ਯਤਨ ਕਰਨਾ ਹੈ, ਆਪਣਾ ਸੈਲਫ ਐਨਾਲਿਸਿਸ ਕਰਨਾ ਹੈ। ਔਰ ਰੱਬ ਗੁਣਾਂ ਦੇ ਰੂਪ ਵਿੱਚ ਹਰ ਇਨਸਾਨ ਦੇ ਅੰਦਰ ਵਸ ਰਿਹਾ ਹੈ ਕਿ ਰੱਬ ਗੁਣਾਂ ਦਾ ਖਜ਼ਾਨਾ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਸਤ ਸੰਤੋਖ ਦਇਆ ਧਰਮ ਧੀਰਜ ਦੇ ਰੂਪ ਵਿੱਚ ਹਰ ਇੱਕ ਦੇ ਅੰਦਰ ਉਹ ਵਸ ਰਿਹਾ ਹੈ। ਆਪਣੇ ਅੰਦਰੋਂ ਖੋਜਣਾ ਹੈ, ਉਸ ਸੋਚ ਨੂੰ ਪ੍ਰਗਟ ਕਰਨਾ ਹੈ।
ਅਣਾਣਾ ਰਣ ਰੂਤੋ ਨਰ ਨਹੀਂ ਕਰੇ। ਇਹ ਅਣਾਣਾ ਸ਼ਬਦ ਜੋ ਹੈ ਇਹਨੂੰ ਉਚਾਰਨ ਲੱਗਿਆਂ ਥੋੜਾ ਜਿਹਾ ਖਿਆਲ ਰੱਖਣਾ ਹੈ। ਬਹੁਤੇ ਬੋਲਦੇ ਨੇ ਨਾਣਾ। ਜਦੋਂ ਅਸੀਂ ਨਾਣਾ ਬੋਲਾਂਗੇ ਨਾ ਤਾਂ ਦੇਖੋ ਧਿਆਨ ਨਾਲ ਸੁਣਿਓ, ਨਾਣਾ ਤਾਂ ਮੇਰੇ ਮੂੰਹ ਚੋਂ ਪਹਿਲੋਂ ਨੰਨੇ ਦੀ ਆਵਾਜ਼ ਆ ਰਹੀ ਹੈ, ਨਾਣਾ। ਇਸ ਲਈ ਇਹਨੂੰ ਅਣਾ ਬੋਲਣਾ ਹੈ, ਆ ਵੀ ਨਹੀਂ ਬੋਲਣਾ। ਕਈ ਅਣਾਣਾ ਬੋਲਦੇ ਨੇ, ਅਣਾਣਾ। ਅਸਲ ਦੇ ਵਿੱਚ ਸ਼ਬਦ ਹੈ ਅਣਾਣਾ। ਅਣਾਣਾ ਰਣ ਰੂਤੋ ਨਰ ਨਹੀਂ ਕਰੇ। ਅਣਾਣੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ। ਰਣ ਦਾ ਮਤਲਬ ਰਣ ਵਿੱਚ, ਰਣ ਵਿੱਚ, ਰਣ ਭੂਮੀ ਵਿੱਚ, ਜਿੱਥੇ ਕਾਮਾਦਿਕਾਂ ਦੇ ਨਾਲ ਮਨੁੱਖ ਦਾ ਜੰਗ ਹੋ ਰਿਹਾ ਹੈ। ਰੂਤੋ ਦਾ ਮਤਲਬ ਰੁੱਝਾ ਹੋਇਆ, ਤੇ ਨਹੀਂ ਦਾ ਮਤਲਬ ਹੁੰਦਾ ਹੈ ਨੇਨ ਲੈਣਾ, ਕਿਸੇ ਚੀਜ਼ ਨੂੰ ਬੰਨ ਲੈਣਾ, ਆਪਣੇ ਅਧੀਨ ਕਰ ਲੈਣਾ, ਵਿਕਾਰਾਂ ਨੂੰ ਵਸ ਵਿੱਚ ਕਰਨ ਦੀ ਸਮਰੱਥਾ, ਦ੍ਰਿੜਤਾ। ਤਾਂ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਜਗਤ ਰੂਪ ਇਸ ਰਣ ਭੂਮੀ ਵਿੱਚ ਵਿਕਾਰਾਂ ਦੇ ਨਾਲ ਜੰਗ ਵਿੱਚ ਰੁੱਝਾ ਹੋਇਆ ਜੋ ਮਨੁੱਖ ਵਿਕਾਰਾਂ ਨੂੰ ਵਸ ਵਿੱਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ। ਅਣਾਣਾ ਰਣ ਰੂਤੋ ਨਰ ਨਹੀਂ ਕਰੇ। ਰਣ ਰੂਤੋ ਦਾ ਮਤਲਬ ਜੰਗ ਦੇ ਅੰਦਰ ਰੁੱਝਾ ਹੋਇਆ, ਵਿਕਾਰਾਂ ਨੂੰ ਆਪਣੇ ਵਸ ਵਿੱਚ ਕਰਨ ਦੇ ਵਿੱਚ ਰੁੱਝਾ ਹੋਇਆ ਬੰਦਾ, ਜੋ ਇਹਨਾਂ ਵਿਕਾਰਾਂ ਨੂੰ ਆਪਣੇ ਅਧੀਨ ਕਰਨ ਦੀ, ਵਸ ਵਿੱਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ, ਭਾਵੇਂ ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ। ਸੰਸਾਰ ਦੇ ਅੰਦਰ ਆ ਸਾਡੀ ਜ਼ਿੰਦਗੀ ਵੀ ਇੱਕ ਜੰਗ ਦੀ ਤਰ੍ਹਾਂ ਹੈ, ਜਿਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਦਾਜ, ਦਹੇਜ ਆਦਿਕ ਦੀਆਂ ਅਨੰਤ ਜੋ ਅਲਾਮਤਾਂ ਨੇ, ਇਹਨਾਂ ਦੇ ਨਾਲ ਬੰਦੇ ਦੀ ਇੱਕ ਬੜੀ ਵੱਡੀ ਜੰਗ ਹੈ, ਜਿੰਦੇ ਅਧੀਨ ਇਹ ਬੰਦਾ ਹੈ। ਪਰ ਗੁਰੂ ਜੀ ਕਹਿੰਦੇ ਨੇ ਜਿਹੜਾ ਬੰਦਾ ਇਸ ਜੀਵਨ ਦੇ ਅੰਦਰ ਇਹਨਾਂ ਵਿਕਾਰਾਂ ਦੇ ਨੂੰ ਆਪਣੇ ਅਧੀਨ ਕਰਨ ਦੇ ਜੰਗ ਦੇ ਅੰਦਰ ਰੁੱਝਾ ਹੋਇਆ, ਜਿਹੜਾ ਇਹਨਾਂ ਨੂੰ ਆਪਣੇ ਵਸ ਵਿੱਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ, ਫਿਰ ਉਹਦੀ ਜ਼ਿੰਦਗੀ ਕੈਸੀ ਬਣਦੀ ਹੈ? ਨਾ ਨਿਵੇਂ ਨਾ ਫੁਨ ਸੰਚਰੈ। ਨਿਵੇਂ ਦਾ ਮਤਲਬ ਨਿਮਦਾ ਨਹੀਂ, ਨਾ ਫੁਨ ਦਾ ਮਤਲਬ ਨਾ ਹੀ, ਸੰਚਰੈ ਦੋ ਸ਼ਬਦਾਂ ਤੋਂ ਬਣਿਆ ਹੈ, ਸੰਗ ਪਲਸ ਚਰੈ। ਚਰੈ ਦਾ ਮਤਲਬ ਚੱਲਣਾ, ਸੰਗ ਦਾ ਮਤਲਬ ਨਾਲ, ਸੰਚਰੈ ਦਾ ਮਤਲਬ ਇਹਨਾਂ ਦੇ ਨਾਲ ਚੱਲਣਾ, ਮਿਲ ਕੇ ਚੱਲਣਾ, ਇਹਨਾਂ ਦੇ ਨਾਲ ਮੇਲ ਕਰਨਾ। ਤਾਂ ਗੁਰੂ ਜੀ ਕਹਿੰਦੇ ਨੇ ਫਿਰ ਉਹ ਮਨੁੱਖ ਜਿਹੜਾ ਹੈ ਨਾ ਹੀ ਵਿਕਾਰਾਂ ਦੇ ਅੱਗੇ ਨਿਉਂਦਾ ਹੈ ਔਰ ਨਾ ਹੀ ਇਹਨਾਂ ਦੇ ਨਾਲ ਮੇਲ ਮਿਲਾਪ ਰੱਖਦਾ ਹੈ। ਵਿਕਾਰਾਂ ਦੇ ਅੱਗੇ ਝੁਕਦਾ ਵੀ ਨਹੀਂ, ਵਿਕਾਰਾਂ ਨੂੰ ਆਪਣੇ ਜੀਵਨ ਵਿੱਚ ਇਕੱਠਿਆਂ ਵੀ ਨਹੀਂ ਕਰਦਾ, ਵਿਕਾਰਾਂ ਦੇ ਨਾਲ ਉਸ ਦਾ ਕੋਈ ਮੇਲ ਮਿਲਾਪ ਨਹੀਂ ਰਹਿੰਦਾ। ਧਨ ਜਨਮ ਤਾਹੀ ਕੋ ਗਣੈ। ਗਣੈ ਦਾ ਮਤਲਬ ਗਿਣਦਾ ਹੈ, ਧਨ ਦਾ ਮਤਲਬ ਮੁਬਾਰਕ, ਤਾਹੀ ਕੋ ਦਾ ਮਤਲਬ ਉਸੇ ਮਨੁੱਖ ਦਾ। ਤਾਂ ਜਗਤ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦਾ ਹੈ, ਉਸੇ ਮਨੁੱਖ ਦੇ ਜੀਵਨ ਨੂੰ ਧਨਤਾ ਯੋਗ ਕਿਹਾ ਜਾਂਦਾ ਹੈ, ਯਾਨੀ ਉਸ ਮਨੁੱਖ ਦਾ ਜੀਵਨ ਹੀ ਮੁਬਾਰਕ ਹੈ, ਉਹਦਾ ਹੀ ਇਸ ਸੰਸਾਰ ਦੇ ਅੰਦਰ ਆਉਣਾ ਸਫਲਾ ਹੈ। ਮਾਰੈ ਏਕ ਹੈ ਤਜ ਜਾਏ ਘਣੈ। ਏਕ ਹੈ ਦਾ ਮਤਲਬ ਇੱਕ ਮਨ ਨੂੰ, ਤਜ ਜਾਏ ਦਾ ਮਤਲਬ ਛੱਡ ਦਿੰਦਾ ਹੈ, ਘਣੇ ਦਾ ਮਤਲਬ ਬਹੁਤਿਆਂ ਨੂੰ, ਕਿਉਂਕਿ ਉਹ ਮਨੁੱਖ ਆਪਣੇ ਇੱਕ ਮਨ ਨੂੰ ਮਾਰਦਾ ਹੈ। ਮਾਰੈ ਏਕ ਹੈ, ਇੱਕ ਮਨ ਨੂੰ ਮਾਰਦਾ ਹੈ। ਮਨ ਨੂੰ ਮਾਰਦਾ ਮਤਲਬ ਆਪਣੇ ਮਨ ਨੂੰ ਵਸ ਵਿੱਚ ਕਰਦਾ ਹੈ। ਤਜ ਜਾਏ ਘਣੇ, ਤੇ ਜਿੰਨੇ ਘਣੇ ਦਾ ਮਤਲਬ ਬਹੁਤੇ ਵਿਕਾਰ ਨੇ ਉਹਨਾਂ ਨੂੰ ਛੱਡ ਦਿੰਦਾ ਹੈ। ਸਾਡਾ ਮਨ ਹੀ ਵਿਕਾਰਾਂ ਵੱਲ ਦੌੜਦਾ ਹੈ, ਕਿਉਂਕਿ ਸਾਰਾ ਕੰਮ ਮਨੁੱਖ ਦਾ ਜਿਹੜਾ ਹੈ ਮਨ ਦੇ ਨਾਲ ਹੈ। ਮਨ ਦੇ ਵਿੱਚ ਹੀ ਵਿਚਾਰ ਪੈਦਾ ਹੋਣੇ ਨੇ, ਚਾਹੇ ਉਹ ਚੰਗੇ ਨੇ ਜਾਂ ਮਾੜੇ ਨੇ। ਜੇ ਮਾੜੇ ਵਿਚਾਰ ਮਨ ਦੇ ਅੰਦਰ ਪੈਦਾ ਹੋ ਰਹੇ ਹਨ ਤੇ ਉਹਨਾਂ ਮਾੜੇ ਵਿਚਾਰਾਂ ਦੇ ਵਿੱਚ ਬੰਦਾ ਲੱਗਾ ਹੋਇਆ ਵਿਕਾਰੀ ਹੋ ਜਾਏਗਾ। ਤੇ ਜਿਹੜਾ ਬੰਦਾ ਆਪਣੇ ਮਨ ਨੂੰ ਮਾਰ ਲੈਂਦਾ ਹੈ, ਜਿੱਤ ਲੈਂਦਾ ਹੈ, ਉਹ ਇਹਨਾਂ ਵਿਕਾਰਾਂ ਵਾਲੇ ਪਾਸੇ ਮਨ ਨੂੰ ਲੱਗਣ ਨਹੀਂ ਦੇਵੇਗਾ। ਇੱਕ ਮਨ ਨੂੰ ਜੇ ਕਾਬੂ ਕਰ ਲਿਆ ਜਾਏ ਤਾਂ ਸਾਰੇ ਵਿਕਾਰ ਜਿਹੜੇ ਨੇ ਛੱਡ ਜਾਣਗੇ, ਕਿਉਂਕਿ ਈਰਖਾ ਹੈ ਤਾਂ ਉਹ ਮੇਰੇ ਮਨ ਵਿੱਚ ਪੈਦਾ ਹੋ ਰਹੀ ਹੈ,
ਜੇ ਮੈਂ ਕ੍ਰੋਧੀ ਹੋ ਰਿਹਾ ਤਾਂ ਉਹ ਮਨ ਵਿੱਚੋਂ ਪੈਦਾ ਹੋ ਰਿਹਾ ਹੈ, ਲੋਭ ਹੈ ਤਾਂ ਉਹ ਮਨ ਵਿੱਚੋਂ ਪੈਦਾ ਹੋ ਰਿਹਾ ਹੈ, ਹੰਕਾਰ ਹੈ ਤਾਂ ਮਨ ਵਿੱਚੋਂ ਪੈਦਾ ਹੋ ਰਿਹਾ ਹੈ। ਤੇ ਜੇ ਇਸ ਮਨ ਨੂੰ ਕਾਬੂ ਕਰ ਲਿਆ ਜਾਏ ਤਾਂ ਇਹ ਵਿਕਾਰ ਸਾਰੇ ਆਟੋਮੈਟਿਕਲੀ ਛੂਟ ਸਕਦੇ ਨੇ। ਤੱਤਾ ਅਤਰ ਤਰਿਓ ਨਹਿ ਜਾਈ। ਅਤਰ ਨਹੀਂ, ਇਹਨੂੰ ਅਤਰ ਨਹੀਂ ਪੜਨਾ, ਅਤਰ। ਅਤਰ ਦਾ ਮਤਲਬ ਜੋ ਤਰਿਆ ਨਾ ਜਾ ਸਕੇ, ਜਿਹਦੇ ਵਿੱਚੋਂ ਪਾਰ ਲੰਘਣਾ ਬਹੁਤ ਔਖਾ ਹੋਵੇ। ਜਿਵੇਂ ਸਮੁੰਦਰ ਹੈ, ਤਾਂ ਸਮੁੰਦਰ ਦੇ ਵਿੱਚ ਦੇਖੋ ਕਿੰਨਾ ਪਾਣੀ ਹੈ, ਕਿੰਨਾ ਲੰਬਾ ਚੌੜਾ ਹੈ ਸਮੁੰਦਰ, ਕਿਹੜੀਆਂ ਵੱਡੀਆਂ ਵੱਡੀਆਂ ਛੱਲਾਂ ਪੈ ਰਹੀਆਂ ਨੇ। ਤੇ ਜੇ ਮਨੁੱਖ ਸਮੁੰਦਰ ਨੂੰ ਤਰ ਕੇ ਪਾਰ ਕਰਨਾ ਚਾਹੇ ਤਾਂ ਕਿੰਨਾ ਔਖਾ ਹੈ। ਫਿਰ ਸਮੁੰਦਰ ਦੇ ਵਿੱਚ ਵੱਡੇ ਵੱਡੇ ਪਾਣੀ ਵਾਲੇ ਜਾਨਵਰ ਨੇ, ਕੋਈ ਜਾਨਵਰ ਹੜਪ ਕਰ ਜਾਏਗਾ, ਕਿਸੇ ਘੁੰਮਣ ਘੇਰੀ ਵਿੱਚ ਬੰਦਾ ਫਸ ਕੇ ਡੁੱਬ ਜਾਏਗਾ, ਕੋਈ ਲਹਿਰ ਉਹਨੂੰ ਆਪਣੇ ਅੰਦਰ ਸਮੋ ਲਵੇਗੀ, ਔਰ ਇਹਨੇ ਲੰਬੇ ਸਮੁੰਦਰ ਨੂੰ ਤਰਨਾ ਕਿੰਨਾ ਔਖਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਗਤ ਵੀ ਇੱਕ ਐਸਾ ਸਮੁੰਦਰ ਹੈ ਜਿਸ ਦੇ ਵਿੱਚੋਂ ਪਾਰ ਲੰਘਿਆ ਨਹੀਂ ਜਾ ਸਕਦਾ। ਪਾਰ ਲੰਘਣਾ ਬਹੁਤ ਔਖਾ ਹੈ, ਆਮ ਬੰਦੇ ਵਾਸਤੇ ਬਹੁਤ ਔਖਾ ਹੈ। ਤੇ ਇਹ ਜਿਹੜਾ ਸੰਸਾਰ ਸਮੁੰਦਰ ਹੈ ਕੀ ਹੈ? ਉਹ ਜਿਹੜਾ ਸੰਸਾਰ ਸਮੁੰਦਰ ਦੀ ਗੱਲ ਕਰ ਰਹੇ ਨੇ ਉਹ ਬਾਹਰ ਨਹੀਂ ਹੈ, ਉਹ ਸਾਡੇ ਸਾਰਿਆਂ ਆਪਣਿਆਂ ਦੇ ਅੰਦਰ ਹੈ। ਜਿੰਨੇ ਵੀ ਆ ਵਿਸ਼ੇ ਵਿਕਾਰ ਨੇ ਜੋ ਮੈਂ ਪਹਿਲਾਂ ਗਿਣੇ ਨੇ, ਅਸੀਂ ਰੋਜ਼ ਮੈਂ ਬੇਨਤੀ ਕਰ ਰਿਹਾ ਕਿ ਕਾਮ, ਕ੍ਰੋਧ, ਲੋਭ, ਅਹੰਕਾਰ, ਨਿੰਦਾ, ਚੁਗਲੀ, ਇਹ ਸਾਰੇ ਵਿਕਾਰ ਸੰਸਾਰ ਹੀ ਤੇ ਹੈ, ਔਰ ਇਹ ਸਾਰੇ ਸਾਡਿਆਂ ਦੇ ਅੰਦਰ ਨੇ, ਹਰ ਇਨਸਾਨ ਦੇ ਅੰਦਰ ਨੇ। ਇਹਨਾਂ ਦੇ ਵਿੱਚੋਂ ਹੀ ਆਪਣੀ ਸੋਚ ਨੂੰ ਪਾਰ ਕਰਨਾ ਹੈ। ਤੇ ਇਹਨਾਂ ਵਿਕਾਰਾਂ ਤੋਂ ਬਚਣਾ ਕਿੰਨਾ ਔਖਾ ਹੈ ਨਾ ਆਮ ਬੰਦੇ ਲਈ। ਜੇ ਸੌਖਾ ਹੁੰਦਾ ਤਾਂ ਕੋਈ ਬੰਦਾ ਇਸ ਦੁਨੀਆ ਵਿੱਚ ਝੂਠ ਨਾ ਬੋਲਦਾ, ਹਰ ਇਨਸਾਨ ਪਿਆਰ ਦੇ ਨਾਲ ਰਹਿੰਦਾ। ਕਿੰਨਾ ਔਖਾ ਹੈ ਇਹਨਾਂ ਔਗਣਾਂ ਤੋਂ ਬਚਣਾ। ਇੰਪੋਸੀਬਲ ਤਾਂ ਨਹੀਂ, ਪਰ ਆਮ ਬੰਦੇ ਵਾਸਤੇ ਔਖਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜੋ ਸੰਸਾਰ ਸਮੁੰਦਰ ਹੈ, ਜੋ ਮਾੜੀ ਸੋਚ ਹੈ, ਇਹਨੂੰ ਤਰਨਾ ਔਖਾ ਹੈ। ਤਨ ਤ੍ਰਿਪਵਨ ਮਹਿ ਰਹਿਓ ਸਮਾਈ। ਇੱਥੇ ਤ੍ਰਿਪਵਨ ਦਾ ਮਤਲਬ ਹੈ ਸੰਸਾਰ। ਤਨ ਦਾ ਮਤਲਬ ਸਾਡਾ ਸਰੀਰ, ਸਾਡੇ ਗਿਆਨ ਇੰਦਰੀ। ਤਨ ਤ੍ਰਿਪਵਨ ਮਹਿ ਰਹਿਓ ਸਮਾਈ ਦਾ ਮਤਲਬ ਜਦੋਂ ਤੱਕ ਅੱਖਾਂ, ਕੰਨ, ਨੱਕ ਆਦਿਕ ਗਿਆਨ ਇੰਦਰੀ ਦੁਨੀਆ ਦੇ ਰਸਾਂ ਵਿੱਚ ਡੁੱਬੇ ਰਹਿੰਦੇ ਨੇ, ਜਦੋਂ ਤੱਕ ਇਹ ਤਨ ਸੰਸਾਰ ਵਿੱਚ ਡੁੱਬਿਆ ਰਹਿੰਦਾ ਹੈ। ਤਨ ਦਾ ਮਤਲਬ ਸਾਡੇ ਗਿਆਨ ਇੰਦਰੀ, ਅੱਖਾਂ ਨੇ, ਕੰਨ ਨੇ, ਜ਼ਬਾਨ ਹੈ, ਹੱਥ ਪੈਰ ਨੇ, ਜਦੋਂ ਤੱਕ ਸਾਡੇ ਗਿਆਨ ਇੰਦਰੀ, ਸਾਡਾ ਜੀਵਨ ਇਹਨਾਂ ਵਿਕਾਰਾਂ ਦੇ ਅੰਦਰ ਸਮਾਇਆ ਰਹਿੰਦਾ ਹੈ, ਤਾਂ ਇਹ ਵਿਕਾਰਾਂ ਦੇ ਵਿੱਚੋਂ ਪਾਰ ਹੋਣਾ ਬਹੁਤ ਮੁਸ਼ਕਲ ਹੈ। ਕਿਉਂਕਿ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਹੋਣਾ ਔਖਾ ਹੈ। ਤੇ ਤਨ ਜਿਹੜਾ ਹੈ ਬੰਦੇ ਦਾ, ਜਿਹੜੇ ਗਿਆਨ ਇੰਦਰੀ ਨੇ, ਉਹ ਵਿਕਾਰਾਂ ਦੇ ਅੰਦਰ ਸਮਾਏ ਹੋਏ ਨੇ। ਸਮੱਸਿਆ ਇਹ ਹੈ। ਹੁਣ ਅਗਲਾ ਬਚਨ ਕਰਦੇ ਨੇ, ਜੋ ਤ੍ਰਿਪਵਨ ਤਨ ਮਾਹੇ ਸਮਾਵਾ। ਤ੍ਰਿਪਵਨ ਦਾ ਮਤਲਬ ਸਾਰੇ ਜਗਤ ਵਿੱਚ, ਜੇ ਦੁਨੀਆ ਦੇ ਪਦਾਰਥ ਵਿੱਚ ਨੇ। ਤਨ ਮਾਹੇ ਸਮਾਵਾ ਦਾ ਮਤਲਬ ਤਨ ਦੇ ਅੰਦਰ ਹੀ ਸਮਾ ਜਾਣ। ਪਰ ਜਦੋਂ ਸੰਸਾਰ ਦੇ ਰਸ ਸਰੀਰ ਦੇ ਅੰਦਰ ਹੀ ਮਿਟ ਜਾਣ, ਭਾਵ ਕਿ ਮਨੁੱਖ ਦੇ ਮਨ ਨੂੰ ਇਹ ਖਿੱਚ ਨਾ ਪਾ ਸਕਣ। ਜੋ ਤ੍ਰਿਪਵਨ ਤਨ ਮਾਹੇ ਸਮਾਵਾ ਦਾ ਮਤਲਬ ਕਿ ਜਿਹੜੇ ਸੰਸਾਰ ਦੇ ਪਦਾਰਥ ਨੇ, ਜੇ ਚਸਕੇ ਨੇ, ਜਿਹੜੇ ਗਿਆਨ ਇੰਦਰੀਆਂ ਦੇ, ਜੇ ਤਨ ਦੇ ਵਿੱਚ ਹੀ ਸਮਾ ਜਾਣ, ਬੰਦਾ ਇਹਨਾਂ ਨੂੰ ਅੰਦਰ ਹੀ ਖਤਮ ਕਰ ਦੇਵੇ, ਤੋ ਤਤਹਿ ਤਤ ਮਿਲਿਆ ਸੱਚ ਪਾਵਾ। ਤਤਹਿ ਤਤ ਮਿਲਿਆ ਦਾ ਮਤਲਬ ਪ੍ਰਭੂ ਦੀ ਜੋਤ ਵਿੱਚ ਬੰਦੇ ਦੀ ਜੋਤ ਮਿਲ ਜਾਂਦੀ ਹੈ, ਔਰ ਇਹ ਸੱਚ ਨੂੰ, ਰੱਬ ਨੂੰ ਪਾ ਲੈਂਦਾ ਹੈ। ਤੇ ਜੋਤ ਵਿੱਚ ਜੋਤ ਮਿਲਣ ਦਾ ਮਤਲਬ ਹੈ ਸੋਚ ਦੇ ਅੰਦਰ ਸੋਚ ਦਾ ਮਿਲ ਜਾਣਾ। ਤਦੋਂ ਫਿਰ ਬੰਦੇ ਦੀ ਜੋ ਸੋਚ ਹੈ ਉਹ ਪ੍ਰਭੂ ਦੀ ਸੋਚ ਵਿੱਚ ਹੀ ਮਿਲ ਜਾਂਦੀ ਹੈ, ਔਰ ਇਹ ਜੀਵਨ ਦੀ ਅਸਲੀਅਤ ਨੂੰ ਪਾ ਲੈਂਦਾ ਹੈ, ਔਰ ਪ੍ਰਭੂ ਦੇ ਅੰਦਰ ਸਮਾ ਕੇ ਇਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਤਾਂ ਦੇਖੋ ਕਿੰਨੀ ਵੱਡੀ ਸਾਡੀ ਸਮੱਸਿਆ ਦਾ ਸੋਲੂਸ਼ਨ ਕਰ ਰਹੇ ਨੇ ਕਿ ਇਹ ਸੰਸਾਰ ਦੇ ਅੰਦਰ, ਸਾਡੇ ਸੋਚ ਦੇ ਅੰਦਰ ਅਨੇਕਾਂ ਵਿਕਾਰ ਨੇ, ਉਹਨਾਂ ਦੇ ਵਿੱਚੋਂ ਪਾਰ ਲੰਘਣਾ ਬੜਾ ਔਖਾ ਹੈ। ਪਰ ਜਦੋਂ ਤੱਕ ਮਨੁੱਖ ਦੇ ਸੁਰਤ ਇਹਨਾਂ ਵਿਕਾਰਾਂ ਦੇ ਅੰਦਰ ਸਮਾਈ ਰਹਿੰਦੀ ਹੈ, ਉਦੋਂ ਤੱਕ ਇੱਥੇ ਹੀ ਗੋਤੇ ਖਾਂਦਾ ਰਹਿੰਦਾ ਹੈ। ਪਰ ਜਦੋਂ ਇਹ ਜਿਹੜੇ ਸੰਸਾਰਿਕ ਚਸਕੇ ਨੇ ਤਨ ਦੇ ਅੰਦਰ ਹੀ ਸਮਾ ਜਾਣ, ਭਾਵ ਕਿ ਇਹਨਾਂ ਚਸਕਿਆਂ ਨੂੰ, ਇਹਨਾਂ ਵਿਕਾਰਾਂ ਦੇ ਵਿਚਾਰਾਂ ਨੂੰ ਅੰਦਰ ਹੀ ਖਤਮ ਕਰ ਦੇਵੇ, ਤਾਂ ਇਹ ਜਿਹੜਾ ਬੰਦਾ ਹੈ ਪ੍ਰਭੂ ਦੇ ਨਾਲ ਮਿਲ ਕੇ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਥੱਥਾ ਅਥਾਹ ਥਾਹ ਨਹੀਂ ਪਾਵਾ।
ਅਥਾਹ ਦਾ ਮਤਲਬ ਡੂੰਘਾ, ਜਿਹਦੀ ਡੂੰਘਾਈ ਨਾਪੀ ਨਾ ਜਾ ਸਕੇ, ਜਿਹਦੀ ਡੂੰਘਾਈ ਲੱਭੀ ਨਾ ਜਾ ਸਕੇ। ਥੱਥਾ ਅਕਸ਼ਰ ਰਾਹੀਂ ਉਪਦੇਸ਼ ਕਰ ਰਹੇ ਨੇ ਕਿ ਜੋ ਮਨੁੱਖੀ ਮਨ ਹੈ ਉਹ ਅਥਾਹ ਪ੍ਰਭੂ ਦੀ ਡੂੰਘਾਈ ਨੂੰ ਨਹੀਂ ਜਾਣ ਸਕਦਾ, ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਜੇ ਮਨੁੱਖੀ ਮਨ ਚਾਹੇ ਨਾ ਇਸ ਸੰਸਾਰ ਦਾ, ਨਿਰੰਕਾਰ ਦਾ ਅੰਤ ਪਾਣਾ, ਤਾਂ ਅੰਤ ਪਾਣਾ ਬਹੁਤ ਮੁਸ਼ਕਲ ਹੈ। ਇਹ ਅਨੰਤ ਹੈ, ਕਦੇ ਪਾ ਨਹੀਂ ਸਕੇਗਾ। ਅਨੰਤ ਹੈ ਸੰਸਾਰ, ਅਨੰਤ ਹੈ ਨਿਰੰਕਾਰ, ਅਨੰਤ ਨੇ ਗੁਣ। ਇਹ ਦੁਨੀਆ ਦੀ ਹਰ ਸ਼ੈ ਅਨੰਤ ਅਨੰਤ ਹੈ, ਇਹਦਾ ਅੰਤ ਪਾਇਆ ਨਹੀਂ ਜਾ ਸਕਦਾ। ਥੱਥਾ ਅਥਾਹ ਥਾਹ ਨਹੀਂ ਪਾਵਾ, ਇਹ ਜਿਹੜਾ ਮਨ ਹੈ ਪ੍ਰਭੂ ਦਾ ਅੰਤ ਨਹੀਂ ਪਾ ਸਕਦਾ। ਉਹ ਅਥਾਹ, ਇਹ ਥਿਰ ਨਾ ਰਹਾਵਾ। ਉਹਦਾ ਮਤਲਬ ਉਹ ਪ੍ਰਭੂ, ਇਹਦਾ ਮਤਲਬ ਇਹ ਮਨ ਥਿਰ ਨਾ ਰਹਾਵਾ ਦਾ ਮਤਲਬ ਟਿਕਿਆ ਨਹੀਂ ਰਹਿੰਦਾ। ਕਿਉਂਕਿ ਇੱਕ ਪਾਸੇ ਤਾਂ ਪ੍ਰਭੂ ਬੇਅੰਤ ਡੂੰਘਾ ਹੈ, ਮੀਨਸ ਕਿ ਅਥਾਹ ਹੈ, ਅਨੰਤ ਹੈ, ਤੇ ਦੂਜੇ ਪਾਸੇ ਇਹ ਮਨੁੱਖ ਦਾ ਮਨ ਹੈ, ਕਦੇ ਟਿਕ ਕੇ ਬਹਿੰਦਾ ਨਹੀਂ, ਇਹ ਪ੍ਰਭੂ ਚਰਨਾਂ ਵਿੱਚ ਜੁੜਦਾ ਨਹੀਂ, ਉਸ ਅਥਾਹ ਦੇ ਨਾਲ ਜੁੜਨ ਦਾ ਯਤਨ ਹੀ ਨਹੀਂ ਕਰਦਾ। ਪ੍ਰਭੂ ਅਥਾਹ ਹੈ, ਅਨੰਤ ਹੈ, ਉਹਦੇ ਅਨੰਤ ਗੁਣ ਨੇ, ਉਹ ਅਨੰਤ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਲੇਕਿਨ ਚੱਕਰ ਇਹ ਹੈ ਕਿ ਇਹ ਜਿਹੜਾ ਮਨ ਹੈ ਇਹ ਕਦੇ ਟਿਕ ਕੇ ਪ੍ਰਭੂ ਦੇ ਚਰਨਾਂ ਵਿੱਚ ਜੁੜਦਾ ਹੀ ਨਹੀਂ। ਮਨੁੱਖੀ ਮਨ ਦੇ ਅੰਦਰ ਅਨੰਤ ਗੁਣ ਮੌਜੂਦ ਨੇ, ਲੇਕਿਨ ਮਨ ਜਿਹੜਾ ਹੈ ਉਹ ਵਿਕਾਰਾਂ ਦੇ ਨਾਲ ਜੁੜਿਆ ਹੈ, ਸੱਚ ਦੇ ਨਾਲ, ਸ਼ੁਭ ਗੁਣਾਂ ਦੇ ਨਾਲ ਜੁੜਦਾ ਹੀ ਨਹੀਂ, ਟਿਕਦਾ ਹੀ ਨਹੀਂ। ਮਨੁੱਖ ਟਿਕਾਣ ਦਾ ਯਤਨ ਹੀ ਨਹੀਂ ਕਰਦਾ। ਹਾਲਾਂਕਿ ਉਹ ਸਾਰੇ ਗੁਣ ਮਨੁੱਖੀ ਮਨ ਦੇ ਅੰਦਰ ਨੇ, ਮਨੁੱਖੀ ਸੋਚ ਦੇ ਅੰਦਰ ਨੇ, ਪਰ ਮਨ ਟਿਕ ਨਹੀਂ ਰਿਹਾ, ਮਨ ਨੂੰ ਮਨੁੱਖ ਟਿਕਾ ਨਹੀਂ ਰਿਹਾ। ਇਹ ਮਨੁੱਖ ਦਾ ਮਨ ਪਲ ਵਾਸਤੇ ਵੀ ਸ਼ੁਭ ਗੁਣਾਂ ਦੇ ਨਾਲ ਰੱਬੀ ਚਰਨਾਂ ਵਿੱਚ ਟਿਕਦਾ ਨਹੀਂ ਹੈ। ਤੇ ਇਹਦੀ ਜ਼ਿੰਦਗੀ ਕੈਸੀ ਬਣ ਗਈ ਹੈ ਮਨੁੱਖ ਦੀ? ਥੋੜੈ ਥਲ ਥਾਨਕ ਆਰੰਭ ਹੈ। ਥੋੜੈ ਥਲ, ਥਲ ਦਾ ਮਤਲਬ ਥਾਂ ਵਿੱਚ, ਭੂਏ ਵਿੱਚ। ਥਾਨਕ ਦਾ ਮਤਲਬ ਹੈਗਾ ਸ਼ਹਿਰ ਵਸਾਣਾ, ਬਸਤੀ ਵਸਾਣੀ, ਨਗਰ ਬਣਾਉਣੇ। ਆਰੰਭੇ ਦਾ ਮਤਲਬ ਆਰੰਭ ਕਰ ਦਿੱਤੇ ਨੇ। ਥੋੜੇ ਜਿਹੇ ਥਾਂ ਦੇ ਵਿੱਚ ਬਸਤੀ ਪਾਉਣ ਦਾ ਯਤਨ ਕਰ ਰਿਹਾ ਹੈ। 2 ਮਰਲੇ ਜ਼ਮੀਨ ਹੈ ਤੇ 2 ਮਰਲੇ ਜ਼ਮੀਨ ਦੇ ਵਿੱਚ ਨਕਸ਼ਾ ਬਣਵਾ ਰਿਹਾ ਹੈ ਕਿ ਮੈਂ ਇੱਥੇ ਇੱਕ ਵੱਡਾ ਸਾਰਾ ਸ਼ਹਿਰ ਵਸਾਣਾ ਹੈ। ਹੁਣ 2 ਮਰਲੇ ਸ਼ਹਿਰ ਵਿੱਚ ਕਿਹੜਾ, 2 ਮਰਲੇ ਜ਼ਮੀਨ ਵਿੱਚ ਕਿਹੜਾ ਸ਼ਹਿਰ ਵਸਾ ਲੇਗਾ? 2 ਮਰਲੇ ਦਾ ਮੇਰਾ ਜਗ੍ਹਾ ਹੈ ਤੇ 2 ਮਰਲੇ ਦੇ ਅੰਦਰ ਮੈਂ ਇੱਕ ਸ਼ਹਿਰ ਵਸਾਣਾ ਹੈ। ਇਹ ਕੰਡੀਸ਼ਨ ਹੈ ਇਸ ਦੀ। ਹੁਣ 2 ਮਰਲੇ ਯਾਨੀ ਥੋੜੀ ਜੀ ਜਗ੍ਹਾ ਦੇ ਵਿੱਚ ਸ਼ਹਿਰ ਵਸਾਣਾ ਇੱਕ ਨਿਰਰਥਕ ਯਤਨ ਹੈ। ਥੋੜੀ ਜੀ ਜ਼ਮੀਨ ਦੇ ਅੰਦਰ 2 ਮਰਲਿਆਂ ਦੇ ਵਿੱਚ ਸ਼ਹਿਰ ਵਸ ਨਹੀਂ ਸਕਦਾ, ਇਹ ਇੰਪੋਸੀਬਲ ਹੈ, ਯਾਨੀ ਇਹ ਯਤਨ ਨਿਰਰਥਕ ਹੈ। ਇਸੇ ਤਰ੍ਹਾਂ ਇਸ ਮਨੁੱਖ ਨੂੰ ਥੋੜੀ ਜੀ ਉਮਰ ਮਿਲੀ ਹੈ ਤੇ ਇਸ ਥੋੜੀ ਜੀ ਉਮਰ ਦੇ ਅੰਦਰ ਇਹ ਬਹੁਤ ਲੰਬਾ ਜੀਵਨ ਜੀਣਾ ਚਾਹੁੰਦਾ ਹੈ ਕਿ ਮੈਂ ਕਦੇ ਮਰਾਂ ਹੀ ਨਾ। ਪਹਿਲੀ ਗੱਲ। ਦੂਜੀ ਗੱਲ, ਥੋੜੀ ਜੀ ਉਮਰ ਹੈ, ਸਮਾਂ ਹਰ ਪਲ ਬੀਤਦਾ ਜਾਂਦਾ ਹੈ ਤੇ ਇਹ ਮਨੁੱਖ ਵਿਕਾਰਾਂ ਦੇ ਵਿੱਚੋਂ ਸੁੱਖ ਲੱਭਣ ਦਾ ਯਤਨ ਕਰਦਾ ਹੈ। ਸ਼ਾਇਦ ਵਿਕਾਰਾਂ ਦੇ ਵਿੱਚੋਂ ਮੈਨੂੰ ਆਤਮਿਕ ਜੀਵਨ ਮਿਲ ਜਾਏ। ਇਹਨੂੰ ਕਹਿੰਦੇ ਨੇ ਥੋੜਾ ਥਲ ਥਾਨਕ ਆਰੰਭ ਹੈ, ਯਾਨੀ ਥੋੜੀ ਜੀ ਜਗ੍ਹਾ ਦੇ ਵਿੱਚ ਸ਼ਹਿਰ ਵਸਾਉਣ ਦਾ ਯਤਨ ਕਰਦਾ ਹੈ। ਤੇ ਦੂਜਾ, ਬਿਨ ਹੀ ਥੰਬ ਹੈ, ਮੰਦਿਰ ਥੰਬ ਹੈ। ਥੰਬੇ ਦਾ ਮਤਲਬ ਥੰਮਦਾ ਹੈ, ਸਹਾਰਾ ਦਿੰਦਾ ਹੈ, ਖੜਾ ਕਰਦਾ ਹੈ। ਥੰਬੇ ਦਾ ਮਤਲਬ ਥੰਮ, ਬਿਨ ਹੀ ਥੰਬੇ ਦਾ ਮਤਲਬ ਥੰਮਾਂ ਤੋਂ ਬਿਨਾ। ਮੰਦਿਰ ਦਾ ਮਤਲਬ ਘਰ, ਮਕਾਨ। ਇਹ ਮਕਾਨ ਬਣਾ ਰਿਹਾ ਹੈ, ਥੋੜੀ ਜੀ ਜਗ੍ਹਾ ਵਿੱਚ ਸ਼ਹਿਰ ਵਸਾਣਾ ਚਾਹੁੰਦਾ ਹੈ ਔਰ ਫਿਰ ਬਿਨਾ ਦੀਵਾਰਾਂ ਤੋਂ, ਬਿਨਾ ਥੰਬਿਆਂ ਤੋਂ ਮਕਾਨ ਖੜੇ ਕਰਨਾ ਚਾਹੁੰਦਾ ਹੈ ਕਿ ਥੱਲੇ ਥੰਮਾ ਵੀ ਨਾ ਹੋਵੇ ਤੇ ਮਕਾਨ ਵੀ ਖੜਾ ਹੋ ਜਾਵੇ। ਹੋਰ ਸੌਖਾ ਕਰਕੇ ਸਮਝੀਏ, ਦੀਵਾਰ ਵੀ ਨਾ ਹੋਵੇ ਤੇ ਬਿਨਾ ਦੀਵਾਰ ਤੋਂ ਹੀ ਲੈਂਟਰ ਪੈ ਜਾਏ, ਬਿਨਾ ਥੰਮਿਆਂ ਤੋਂ ਲੈਂਟਰ ਪੈ ਜਾਏ, ਬਿਨਾ ਦੀਵਾਰ ਤੋਂ ਛੱਤ ਪਾ ਲਵਾਂ, ਤਾਂ ਐਵੇਂ ਹੋਣਾ ਨਹੀਂ ਨਾ। ਬਿਨਾ ਦੀਵਾਰ ਤੋਂ ਕਦੇ ਛੱਤ ਨਹੀਂ ਪੈਂਦੀ। ਤਾਂ ਭਗਤ ਕਬੀਰ ਜੀ ਕਹਿੰਦੇ ਨੇ ਇਹ ਬਿਨਾ ਥੰਮਾਂ ਤੋਂ ਮਕਾਨ ਖਿਲਾਰਨਾ ਚਾਹ ਰਿਹਾ ਹੈ। ਬਿਨਾ ਥੰਮਾਂ ਤੋਂ ਮਕਾਨ ਖਿਲਾਰਨ ਦਾ ਅੰਤਰੀਵ ਭਾਵ ਕੀ ਹੈ ਕਿ ਇਸ ਬੰਦੇ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਸ਼ੁਭ ਗੁਣ ਤੇ ਹੈ ਨਹੀਂ ਤੇ ਇਹਨਾਂ ਸ਼ੁਭ ਗੁਣਾਂ ਤੋਂ ਬਿਨਾ ਇਹ ਆਤਮਿਕ ਜ਼ਿੰਦਗੀ ਜੀਣਾ ਚਾਹ ਰਿਹਾ ਹੈ। ਇਹਨਾਂ ਸ਼ੁਭ ਗੁਣਾਂ ਤੋਂ ਬਿਨਾ ਇਹ ਸ਼ਾਂਤੀ ਚਾਹ ਰਿਹਾ ਹੈ।
ਇਹਨਾਂ ਰੱਬੀ ਰਜਾ ਵਿੱਚ ਤੁਰਨ ਤੋਂ ਬਿਨਾਂ ਹੀ ਇਹ ਆਤਮਿਕ ਜ਼ਿੰਦਗੀ ਚਾਹ ਰਿਹਾ ਹੈ, ਤੇ ਐਵੇਂ ਕਦੇ ਵੀ ਨਹੀਂ ਹੋਣਾ। ਇਹ ਤੇ ਇੰਜ ਹੈ ਜਿਵੇਂ ਕੋਈ ਬਿਨਾਂ ਥੰਮਿਆਂ ਤੋਂ ਹੀ ਮਕਾਨ ਖਿਲਾਰਨਾ ਚਾਹੇ। ਇਹ ਡਿੱਗਦੇ ਹੋਏ ਮਨ ਨੂੰ ਥੰਮ ਚਾਹੀਦਾ ਹੈ ਗੁਰੂ ਦਾ ਸ਼ਬਦ। ਜਿਉ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ। ਜਿਵੇਂ ਡਿੱਗਦੇ ਹੋਏ ਮਕਾਨ ਨੂੰ ਥੰਮੇ ਦਾ ਸਹਾਰਾ ਹੁੰਦਾ ਹੈ, ਉਵੇਂ ਵਿਕਾਰਾਂ ਦੇ ਅੰਦਰ ਡਿੱਗਦੇ ਹੋਏ ਮਨ ਨੂੰ ਪ੍ਰਭੂ ਦੇ ਗੁਣਾਂ ਦਾ ਔਰ ਗੁਰੂ ਦੇ ਗਿਆਨ ਦਾ ਸਹਾਰਾ ਹੁੰਦਾ ਹੈ। ਲੇਕਿਨ ਇਹ ਡਿੱਗਦੇ ਹੋਏ ਮਨ ਨੂੰ ਬਿਨਾਂ ਗੁਣਾਂ ਤੋਂ, ਬਿਨਾਂ ਗੁਰੂ ਦੇ ਗਿਆਨ ਤੋਂ ਹੀ ਖਿਲਾਰਨਾ ਚਾਹੁੰਦਾ ਹੈ। ਬਿਨਾਂ ਸ਼ੁਭ ਗੁਣਾਂ ਤੋਂ ਹੀ ਸੁਖ ਸ਼ਾਂਤੀ ਦੀ ਛੱਤ ਆਪਣੇ ਸਿਰ ਤੇ ਖੜੀ ਕਰਨੀ ਚਾਹ ਰਿਹਾ ਹੈ। ਇਹ ਇਸ ਬੰਦੇ ਦੀ ਭੁੱਲ ਹੈ। ਅਗਲਾ ਬਚਨ ਕਰਦੇ ਨੇ, ਦੱਦਾ ਦੇਖ ਜੋ ਬਿਨ ਸੰਹਾਰਾ। ਦੱਦਾ ਤੇ ਥੋੜਾ ਰੁਕ ਜਾਣਾ ਹੈ। ਦੱਦਾ ਦੇਖ ਜੋ ਬਿਨ ਸੰਹਾਰਾ। ਦੇਖ ਦੇ ਖੱਖੇ ਨਾਲ ਸਿਹਾਰੀ ਹੈ। ਇਸ ਦਾ ਮਤਲਬ ਦੇਖ ਵੀ ਹੁੰਦਾ ਹੈ, ਲੇਕਿਨ ਇਹਦਾ ਮਤਲਬ ਹੈ ਦੇਖਣ ਵਿੱਚ। ਸਿਹਾਰੀ ਆਉਣ ਨਾਲ ਦੇਖ ਦਾ ਅਰਥ ਹੋ ਗਿਆ ਦੇਖਣ ਵਿੱਚ। ਬਿਨ ਸੰਹਾਰਾ ਦਾ ਮਤਲਬ ਖਤਮ ਹੋ ਜਾਣ ਵਾਲਾ। ਦੱਦੇ ਅੱਖਰ ਰਾਹੀਂ ਉਪਦੇਸ਼ ਕਰਦੇ ਨੇ ਕਿ ਹੇ ਭਾਈ, ਇਹ ਸੰਸਾਰ ਜੋ ਅੱਖਾਂ ਨਾਲ ਦਿਸ ਰਿਹਾ ਹੈ, ਵੇਖਣ ਵਿੱਚ ਆ ਰਿਹਾ ਹੈ, ਬਿਨ ਸੰਹਾਰਾ ਦਾ ਮਤਲਬ ਇਹ ਨਾਸ਼ਵਾਨ ਹੈ, ਇਹ ਸਦਾ ਰਹਿਣ ਵਾਲਾ ਨਹੀਂ ਹੈ। ਇੱਥੇ ਕੋਈ ਵੀ ਚੀਜ਼ ਸਦਾ ਪਰਮਾਨੈਂਟ ਨਹੀਂ ਹੈ। ਹਰ ਚੀਜ਼ ਬਦਲ ਰਹੀ ਹੈ, ਹਰ ਚੀਜ਼ ਦੇ ਅੰਦਰ ਚੇਂਜਿੰਗ ਆ ਰਹੀ ਹੈ। ਕੋਈ ਵੀ ਚੀਜ਼ ਇੱਥੇ ਪਰਮਾਨੈਂਟ ਨਹੀਂ ਹੈ। ਯਾਨੀ ਆ ਜੋ ਮਨੁੱਖ ਮਾਤਰ ਆਦਿਕ ਤੂੰ ਵੇਖ ਰਿਹਾ ਹੈ, ਇਹ ਸਦਾ ਰਹਿਣ ਵਾਲੇ ਨਹੀਂ। ਜੋ ਤੂੰ ਆਪਣਾ ਸਰੀਰ ਵੇਖ ਰਿਹਾ ਹੈ, ਇਹ ਸਦਾ ਰਹਿਣ ਵਾਲਾ ਨਹੀਂ ਹੈ, ਇਹ ਨਾਸ਼ਮਾਨ ਹੈ, ਬਦਲ ਰਿਹਾ ਹੈ। ਵੇਖਦਿਆਂ ਵੇਖਦਿਆਂ ਸਾਡੇ ਅੰਦਰ ਕਿੰਨੀਆਂ ਚੇਂਜਿੰਗ ਆਈਆਂ। ਅਸੀਂ ਨਿੱਕੇ ਜਿਹੇ ਬੱਚੇ ਸਾਂ, ਬੱਚੇ ਤੋਂ ਅਸੀਂ ਕਿਸ਼ੋਰ ਹੋ ਗਏ, ਜਵਾਨ ਹੋ ਗਏ, ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ, ਹੁਣ ਅਸੀਂ ਬੁੱਢੇ ਹੋ ਗਏ, ਤੇ ਹੁਣ ਅੱਗੇ ਜੋ ਹੋਣਾ ਹੈ ਉਹ ਪਤਾ ਹੀ ਹੈ ਨਾ। ਤਾਂ ਇਹ ਸੰਸਾਰ ਜੋ ਦੇਖਣ ਵਿੱਚ ਆ ਰਿਹਾ ਹੈ ਸਭ ਨਾਸ਼ਮਾਨ ਹੈ। ਪਹਿਲੀ ਗੱਲ, ਸਰੀਰ ਕਰਕੇ ਖਤਮ ਹੋ ਜਾਣ ਵਾਲਾ। ਤੇ ਦੂਜੀ ਗੱਲ ਹੈ ਕਿ ਜੋ ਅਸੀਂ ਵਿਕਾਰੀ ਜ਼ਿੰਦਗੀ ਵੇਖ ਰਹੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੀ ਜ਼ਿੰਦਗੀ, ਇਹ ਵੀ ਆਤਮਕ ਮੌਤ ਲਿਆਉਣ ਵਾਲੀ ਹੈ। ਇਹ ਕੋਈ ਆਤਮਕ ਜੀਵਨ ਦੇਣ ਵਾਲੀ ਜ਼ਿੰਦਗੀ ਨਹੀਂ ਹੈ। ਜਸ ਅਦੇਖ ਤਸ ਰਾਖ ਵਿਚਾਰਾ। ਜਸ ਅਦੇਖ, ਜਸ ਦਾ ਮਤਲਬ ਇੱਥੇ, ਜਸ ਦਾ ਮਤਲਬ ਹੈ ਜੋ। ਅਦੇਖ ਦਾ ਮਤਲਬ ਜੋ ਦਿਸਣ ਵਿੱਚ ਨਹੀਂ ਆ ਰਿਹਾ, ਜੋ ਅਦ੍ਰਿਸ਼ ਹੈ, ਜੋ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦਾ। ਤਸ ਦਾ ਮਤਲਬ ਉਸ ਪ੍ਰਭੂ ਨੂੰ। ਰਾਖ ਵਿਚਾਰਾ ਦਾ ਮਤਲਬ ਆਪਣੀ ਵਿਚਾਰ ਵਿੱਚ ਰੱਖ, ਆਪਣੀ ਸੁਰਤ ਵਿੱਚ ਰੱਖ, ਆਪਣੀ ਸੋਚ ਦੇ ਅੰਦਰ ਵਸਾ। ਇਹ ਭਾਈ, ਜੋ ਪ੍ਰਭੂ ਸਦਾ ਰਹਿਣ ਵਾਲਾ ਹੈ ਔਰ ਅਦ੍ਰਿਸ਼ਟ ਹੈ, ਜੋ ਇਹਨਾਂ ਅੱਖਾਂ ਨਾਲ ਨਜ਼ਰੀ ਨਹੀਂ ਪੈਂਦਾ, ਉਹਨੂੰ ਆਪਣੀ ਵਿਚਾਰ ਵਿੱਚ ਵਸਾ, ਉਹਨੂੰ ਆਪਣੇ ਸੋਚ ਮੰਡਲ ਦੇ ਅੰਦਰ ਵਸਾ ਕੇ ਰੱਖ। ਵਿਕਾਰਾਂ ਨੂੰ ਸੋਚ ਮੰਡਲ ਵਿੱਚ ਨਾ ਰੱਖ, ਕਿਉਂਕਿ ਇਹ ਵਿਕਾਰ ਆਤਮਕ ਮੌਤ ਲਿਆਉਣ ਵਾਲੇ ਹਨ। ਤੇ ਜੋ ਪ੍ਰਭੂ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ, ਇਹਨਾਂ ਅੱਖਾਂ ਦਾ ਮਤਲਬ ਹੈਗਾ ਕਿ ਜਿਹੜੀ ਸੋਚ ਦੇ ਨਾਲ ਬੰਦਾ ਜ਼ਿੰਦਗੀ ਜੀ ਰਿਹਾ ਨਾ, ਵਿਸ਼ੇ ਵਿਕਾਰਾਂ ਵਾਲੀ, ਇਸ ਸੋਚ ਦੇ ਨਾਲ ਰੱਬ ਨਹੀਂ ਦਿਸਦਾ। ਭਾਵੇਂ ਜਿੰਨੇ ਮਰਜ਼ੀ ਜਪ ਤਪ ਕਰੀ ਜਾ, ਸੋਚ ਚੇਂਜ ਕਰਨ ਦੀ ਲੋੜ ਹੈ। ਹਰ ਇਨਸਾਨ ਵਿੱਚ ਰੱਬ ਨੂੰ ਵੇਖਣ ਵਾਸਤੇ ਸੋਚ ਚੇਂਜ ਕਰਨ ਦੀ ਲੋੜ ਹੈ। ਫਿਰ ਸਾਨੂੰ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਨਾ ਪਵੇਗਾ। ਤੇ ਬੰਦਾ ਜ਼ਬਾਨ ਦੇ ਨਾਲ ਤੇ ਕਹਿ ਰਿਹਾ ਹੈ ਰੱਬ ਸਾਰਿਆਂ ਵਿੱਚ ਹੈ, ਲੇਕਿਨ ਆਪਣੀ ਸੋਚ ਬਦਲਣ ਲਈ ਤਿਆਰ ਨਹੀਂ। ਜਿਹੜੀ ਸੋਚ ਦੇ ਨਾਲ ਉਹ ਫੀਲਿੰਗਸ ਆਉਣੀਆਂ ਨੇ, ਉਹ ਸੋਚ ਨੂੰ ਇੰਪਲੀਮੈਂਟ ਨਹੀਂ ਕਰ ਰਿਹਾ। ਇੱਕ ਦੂਜੇ ਨਾਲ ਪਿਆਰ ਮੁਹੱਬਤ ਰੱਬ ਵਰਗਾ ਕਰ ਨਹੀਂ ਰਿਹਾ। ਇਸ ਲਈ ਰੱਬ ਕਿਵੇਂ ਦਿਸੇ? ਤਾਂ ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਅਦ੍ਰਿਸ਼ਟ ਹੈ ਉਹਨੂੰ ਆਪਣੇ ਵਿਚਾਰ ਵਿੱਚ ਵਸਾ, ਉਹਦੇ ਗੁਣਾਂ ਨੂੰ ਆਪਣੀ ਸੋਚ ਦੇ ਅੰਦਰ ਵਸਾ। ਪਰ ਐਵੇਂ ਕਿਵੇਂ ਹੋਏਗਾ? ਐਵੇਂ ਕਿਵੇਂ ਹੋਏਗਾ? ਉਹਦੇ ਵਾਸਤੇ ਸਾਧਨ ਕੀ ਹੈ, ਸੋਰਸਿਸ ਕੀ ਨੇ? ਤਾਂ ਅਗਲੀ ਪੰਕਤੀ ਵਿੱਚ ਉਹਦਾ ਸਾਧਨ ਦੱਸ ਰਹੇ ਨੇ। 10ਵੇਂ ਦਵਾਰ ਕੁੰਚੀ ਜਬ ਦੀਜੈ। ਕੁੰਚੀ ਦਾ ਮਤਲਬ ਕੁੰਜੀ, ਚਾਬੀ। ਦੀਜੇ ਦਾ ਮਤਲਬ ਲਾਈ ਦੀ ਹੈ। 10ਵੇਂ ਦਵਾਰ ਦਾ ਮਤਲਬ ਦਿਮਾਗ ਵਿੱਚ। ਦੇਖੋ, 10ਵੇਂ ਦਵਾਰ ਦਾ ਮਤਲਬ ਹੈਗਾ ਦਿਮਾਗ। ਜਿਵੇਂ 2 ਅੱਖਾਂ, 2 ਕੰਨ, 2 ਨਾਸਾਂ, ਇੱਕ ਮੂੰਹ, ਇੰਦਰੀ ਔਰ ਗੁਦਾ, ਇਹ 9 ਗੋਲਕਾਂ ਨੇ, 9 ਦਰਵਾਜ਼ੇ ਨੇ।
ਜਿਹੜੇ ਪ੍ਰਗਟ ਨੇ, ਜੋ ਸਰੀਰ ਦੀ ਸਥੂਲ ਕਿਰਿਆ ਨਿਭਾ ਰਹੇ ਨੇ, ਇਹਨਾਂ ਤੋਂ ਅਲੱਗ ਇੱਕ ਦਰਵਾਜ਼ਾ ਹੈ ਜੋ ਸਾਰੇ ਸਰੀਰ ਨੂੰ ਕੰਟਰੋਲ ਕਰ ਰਿਹਾ ਹੈ। ਉਹਨੂੰ ਕਹਿੰਦੇ ਨੇ 10ਵਾਂ ਦੁਆਰ, ਤੇ ਉਹ ਹੈ ਦਿਮਾਗ, ਜਿਹਨੂੰ ਆਮ 10ਵਾਂ ਦੁਆਰ ਮੰਨਦੇ ਨੇ ਨਾ, ਕੋਈ ਛੋਟੀ ਜੀ ਮੋਰੀ ਅੰਦਰ ਜਿਹਦੇ ਵਿੱਚ ਵੜ ਕੇ ਬਹਿਣਾ, ਉਹ ਨਹੀਂ। ਜੋਗੀਆਂ ਵਾਲਾ 10ਵਾਂ ਦੁਆਰ ਨਹੀਂ, ਜਿਹਨੂੰ ਬਾਬੇ 10ਵੇਂ ਦੁਆਰ ਵਿੱਚ ਪ੍ਰਾਣ ਚੜਾਉਣਾ ਕਹਿੰਦੇ ਨੇ, ਉਹ ਨਹੀਂ। 10ਵੇਂ ਦੁਆਰ ਦਾ ਮਤਲਬ ਹੈ ਦਿਮਾਗ, ਬ੍ਰੇਨ। ਭਾਈ ਕਾਨ ਸਿੰਘ ਜੀ ਨਾਭਾ 10ਵੇਂ ਦੁਆਰ ਦਾ ਅਰਥ ਕਰ ਰਹੇ ਨੇ ਦਿਮਾਗ, ਤੇ ਭਾਈ ਸਾਹਿਬ ਸਿੰਘ ਜੀ ਉਹ ਵੀ ਅਰਥ ਕਰ ਰਹੇ ਨੇ ਦਿਮਾਗ। ਤਾਂ 10ਵੇਂ ਦੁਆਰ ਕੁੰਚੀ ਜਬ ਦੀਜੈ, ਕੁੰਚੀ ਦਾ ਮਤਲਬ ਕੁੰਜੀ, ਜੋ ਕੁੰਜੀ ਕਿੱਥੇ ਹੈ? ਗੁਰੂ ਦੇ ਕੋਲ, ਗਿਆਨ ਦੀ ਕੁੰਜੀ, ਗੁਰਬਾਣੀ ਦੀ ਕੁੰਜੀ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਉਹ ਜੋ ਗੁਰਬਾਣੀ ਦੀ ਕੁੰਜੀ ਹੈ, ਗਿਆਨ ਦੀ ਕੁੰਜੀ ਹੈ, 10ਵੇਂ ਦੁਆਰ ਵਿੱਚ ਲਾਈਏ, ਦਿਮਾਗ ਦੇ ਵਿੱਚ ਗਿਆਨ ਦੀ ਕੁੰਜੀ ਲਾਈਏ। ਜਦੋਂ ਅਸੀਂ ਗਿਆਨ ਦੀ ਵਰਤੋਂ ਕਰੀਏ, 10ਵੇਂ ਦੁਆਰ ਕੁੰਚੀ ਜਬ ਦੀਜੈ, ਜਦੋਂ ਗੁਰੂ ਗਿਆਨ ਦੀ ਕੁੰਜੀ ਦਿਮਾਗ ਨੂੰ ਲਾਈਏ, ਚਾਬੀ ਲਾਈਏ, ਕਾਦੀ? ਗਿਆਨ ਦੀ ਚਾਬੀ, ਯਾਨੀ ਗਿਆਨ ਦੀ ਸਹੀ ਵਰਤੋਂ ਕਰੀਏ, ਗੁਰੂ ਦੇ ਗਿਆਨ ਦੀ। ਫਿਰ ਕੀ ਹੁੰਦਾ? ਤੋ ਦਇਆਲ ਕੋ ਦਰਸ਼ਨ ਕੀਜੈ, ਤਾਂ ਜੋ ਦਇਆ ਦਾ ਸਾਗਰ ਪ੍ਰਭੂ ਹੈ, ਉਹਦੇ ਦਰਸ਼ਨ ਕਰ ਲਈਦੇ ਨੇ, ਉਹਨੂੰ ਵੇਖ ਲਈਦਾ ਹੈ। ਜਦੋਂ ਦਿਮਾਗ ਨੂੰ ਬੰਦਾ ਗਿਆਨ ਦੀ ਕੁੰਜੀ ਲਾਉਂਦਾ ਹੈ, ਜਦੋਂ ਦਿਮਾਗ ਨੂੰ ਬੰਦਾ ਗਿਆਨ ਦੀ ਕੁੰਜੀ ਲਾਉਂਦਾ ਨਾ, ਗੁਰੂ ਦੇ ਗਿਆਨ ਦੀ, ਉਦੋਂ ਦਿਆਲ ਦੇ ਦਰਸ਼ਨ ਹੁੰਦੇ ਨੇ, ਜਦੋਂ ਦਿਮਾਗ ਨੂੰ ਗਿਆਨ ਦੇ ਨਾਲ ਖੋਲਦਾ ਹੈ, ਗੁਰੂ ਦੇ ਗਿਆਨ ਦੀ ਵਰਤੋਂ ਕਰਦਾ ਹੈ। ਹੁਣ ਦੇਖੋ ਕਿੰਨਾ ਸੌਖਾ ਕੰਮ ਸੀ, ਜਿਹਨੂੰ ਬਹੁਤ ਔਖਾ ਬਣਾ ਦਿੱਤਾ। ਹੁਣ ਇਸ ਬਹੁਤ ਨਾ ਸੌਖੀਆਂ ਗੱਲਾਂ ਨੇ, ਲੇਕਿਨ ਬੰਦੇ ਨੇ ਸਮਝਿਆ ਨਹੀਂ, ਕਿਉਂਕਿ ਗੁਰੂ ਦੀ ਗੱਲ ਦੇ ਨਾਲ ਦਿਮਾਗ ਨੂੰ ਚਲਾਇਆ ਨਹੀਂ। ਦਿਮਾਗ ਨੂੰ ਜੋ ਚਾਬੀ ਲਾ ਰਿਹਾ ਨਾ, ਉਹ ਚਾਬੀ ਕਿਸੇ ਹੋਰ ਦੀ ਲਾ ਰਹੇ ਆ, ਨਾਮ ਗੁਰੂ ਦਾ ਲੈ ਰਹੇ ਆ, ਚਾਬੀ ਕਿਸੇ ਹੋਰ ਦੀ ਲਾ ਰਹੇ ਆ। ਜਿਵੇਂ ਆ ਖਿਡੌਣੇ ਨਹੀਂ ਹੁੰਦੇ, ਚਾਬੀ ਲਾ ਕੇ ਛੱਡ ਦਈਦਾ ਤੇ ਉਹ ਫਿਰ ਭੱਜੇ ਫਿਰਦੇ ਨੇ। ਹੁਣ ਦਿਮਾਗ ਨੂੰ ਚਾਬੀ ਕਿਹਦੀ ਲਾ ਰਹੇ ਆ? ਉਹਨਾਂ ਲੋਕਾਂ ਦੀ ਚਾਬੀ ਲਾ ਰਹੇ ਆ ਜੋ ਗੁਰਮਤ ਤੋਂ ਦੂਰ ਦੀ ਗੱਲ ਕਰਦੇ ਨੇ, ਵੀ ਐਵੇਂ ਸਮਾਧੀ ਲਾਓ, ਐਵੇਂ ਸੁਰਤ ਨੂੰ ਉਤਾਂ ਚੜੋ, ਐਵੇਂ ਸਾਹ ਲਓ, ਇਹ ਕਰੋ, ਉਹ ਕਰੋ। ਤਾਂ ਇਹ ਤਾਂ ਗੁਰਬਾਣੀ ਦੀ ਚਾਬੀ ਹੈ ਹੀ ਨਹੀਂ, ਤੇ ਕਿਸੇ ਬੰਦੇ ਦੀ ਦਿੱਤੀ ਹੋਈ ਚਾਬੀ ਹੈ। ਗੁਰਬਾਣੀ ਦੀ ਚਾਬੀ ਕਿਹੜੀ ਹੈ ਜਿਹੜੀ ਦਿਮਾਗ ਨੂੰ ਲਾਣੀ ਹੈ? ਗੁਰੂ ਜੀ ਸਾਨੂੰ ਸਾਫ਼ ਲਫ਼ਜ਼ਾਂ ਵਿੱਚ ਕਹਿ ਰਹੇ ਨੇ, ਜੀਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ। ਹੁਣ ਜੇ ਇਸ ਚਾਬੀ ਨਾਲ ਆਪਣੇ ਦਿਮਾਗ ਨੂੰ ਚਲਾਓ, ਇਹ ਚਾਬੀ ਆਪਣੇ ਦਿਮਾਗ ਨੂੰ ਲਾ ਦਿਓ ਕਿ ਜਿੰਨੀਆਂ ਵੀ ਮਾਨਯੋਗ ਔਰਤਾਂ ਨੇ, ਜਿੰਨੇ ਵੀ ਮਾਨਯੋਗ ਪੁਰਸ਼ ਨੇ, ਇਹ ਸਾਰੇ ਰੱਬ ਦਾ ਰੂਪ ਨੇ। ਤੇ ਹੁਣ ਅਸੀਂ ਇੱਕ ਦੂਜੇ ਦੇ ਨਾਲ ਰੱਬ ਵਰਗਾ ਵਿਹਾਰ ਸ਼ੁਰੂ ਕਰ ਦਈਏ ਇਹ ਦਿਮਾਗ ਨੂੰ ਚਾਬੀ ਲਾ ਕੇ, ਤਾਂ ਸਮੱਸਿਆ ਸੋਲਵ ਹੋ ਗਈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਫਰੀਦ ਜੀ ਕਹਿ ਰਹੇ ਨੇ ਕਿ ਰੱਬ ਖਲਕਤ ਵਿੱਚ ਹੈ ਤੇ ਖਲਕਤ ਰੱਬ ਵਿੱਚ, ਤਾਣੇ ਪੇਟੇ ਦੀ ਤਰ੍ਹਾਂ ਸਮਾਏ ਹੋਏ ਨੇ, ਵੱਖਰੇ ਵੱਖਰੇ ਨਹੀਂ। ਜੇ ਇਹ ਚਾਬੀ ਲਾ ਕੇ ਦਿਮਾਗ ਨੂੰ ਚਲਾਈਏ ਤਾਂ ਸਾਰੇ ਸੰਸਾਰ ਵਿੱਚ ਰੱਬ ਦਿਸੇਗਾ। ਪਰ ਅਸੀਂ ਤੇ ਚਾਬੀ ਕਿਸੇ ਹੋਰ ਦੀ ਲਾਈ ਬੈਠੇ ਆ ਵੀ ਰੱਬ ਸੰਸਾਰ ਵਿੱਚ ਨਹੀਂ, ਉਹ ਕਿਤੇ ਵੱਖਰਾ ਉੱਤੇ ਬੈਠਾ ਹੋਇਆ, ਇਸ ਕੁਦਰਤ ਨਾਲੋਂ ਵੱਖਰਾ ਹੈ, ਚਾਬੀ ਉਹ ਲਾਈ ਬੈਠੇ। ਪ੍ਰੋਬਲਮ ਕ੍ਰੀਏਟ ਹੋ ਗਈ ਨਾ। ਭਗਤ ਕਬੀਰ ਜੀ ਕਹਿੰਦੇ ਨੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ, ਖਲਕ ਮੈਂ ਖਾਲਿਕ, ਪੂਰ ਰਹੋ ਸਰਬ ਠਾਈ, ਵੀ ਦੁਨੀਆ ਦੇ ਲੋਕੋ ਭੁਲੇਖੇ ਵਿੱਚ ਨਾ ਪਵੋ। ਖਲਕਤ ਖਾਲਕ ਵਿੱਚ ਹੈ ਤੇ ਖਾਲਕ ਖਲਕਤ ਵਿੱਚ ਹੈ, ਸਾਰਿਆਂ ਥਾਵਾਂ ਤੇ ਪਰਿਪੂਰਨ ਹੋਇਆ ਹੈ। ਹੁਣ ਜੇ ਆਪਣੇ ਦਿਮਾਗ ਨੂੰ ਇਹ ਚਾਬੀ ਲਾਈਏ, ਇਹ ਗਿਆਨ ਦੀ ਵਰਤੋਂ ਕਰੀਏ, ਤਾਂ ਫਿਰ ਕਿਹੜਾ ਭੁਲੇਖਾ ਰਹਿ ਜਾਏਗਾ? ਕੋਈ ਵੀ ਨਾ। ਪ੍ਰੋਬਲਮ ਇਹ ਹੈ ਕਿ ਬੰਦੇ ਨੇ ਗੁਰੂ ਗਿਆਨ ਦੀ ਚਾਬੀ ਹੀ ਨਹੀਂ ਲਾਈ, ਗੁਰੂ ਗਿਆਨ ਮੁਤਾਬਕ ਚੱਲਿਆ ਹੀ ਨਹੀਂ ਹੈ। ਅਸੀਂ ਚਾਬੀ ਕਿਸੇ ਹੋਰ ਦੀ ਲਾਈ ਬੈਠੇ ਆ ਤੇ ਰੱਬ ਨੂੰ ਵੇਖਣਾ ਚਾਹੁੰਦੇ ਆ, ਐਸਾ ਕਦੇ ਵੀ ਨਹੀਂ ਹੋਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, 10ਵੇਂ ਦੁਆਰ ਕੁੰਚੀ ਜਬ ਦੀਜੈ,
तो दयाल को दर्शन कीजे। 10वें द्वार ਦਾ ਮਤਲਬ ਦਿਮਾਗ। ਜਦੋਂ ਦਿਮਾਗ ਨੂੰ ਗੁਰੂ ਗਿਆਨ ਦੀ ਚਾਬੀ ਲਾਈ ਜਾਂਦੀ ਹੈ, ਭਾਵ ਗੁਰਬਾਣੀ ਅਨੁਸਾਰ ਜਦੋਂ ਅਸੀਂ ਜੀਵਨ ਜੀਂਦੇ ਹਾਂ, ਤਾਂ ਦਇਆਲ ਕੋ ਦਰਸ਼ਨ ਕੀਜੈ, ਤਾਂ ਦਇਆਵਾਨ ਪ੍ਰਭੂ ਦਾ ਦਰਸ਼ਨ ਹੋ ਜਾਂਦਾ। ਕਿਉਂਕਿ ਹਰ ਥਾਂ ਦੇਸੀ ਹੋ ਰਿਹਾ ਨਾ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜੇ ਹੁਣ ਇਹ ਚਾਬੀ ਲਾਈ ਹੁੰਦੀ ਰੱਬ ਨੂੰ ਵੇਖਣ ਵਾਸਤੇ, ਦਿਮਾਗ ਨੂੰ ਚਾਬੀ ਇਹ ਲਾਈ ਹੁੰਦੀ ਕਿ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਤੇ ਫਿਰ ਸਾਨੂੰ ਇਹ ਸੰਸਾਰ ਰੱਬ ਦਾ ਰੂਪ ਦਿਸਣਾ ਸੀ। ਪਰ ਅਸੀਂ ਚਾਬੀ ਕਿਸੇ ਹੋਰ ਦੀ ਲਾਈ ਬੈਠੇ ਆ ਕਿ ਸੰਸਾਰ ਹੋਰ ਹੈ ਤੇ ਰੱਬ ਹੋਰ ਹੈ। ਪ੍ਰੋਬਲਮ ਸਾਡੀ ਇਹ ਹੈ। ਗੁਰੂ ਜੀ ਰਹਿਮਤ ਕਰਨ ਕਿ ਅਸੀਂ ਇਹ ਚੀਜ਼ ਨੂੰ ਸਮਝ ਸਕੀਏ ਔਰ ਆਪਣੇ ਦਿਮਾਗ ਨੂੰ ਗੁਰੂ ਗਿਆਨ ਦੀ ਚਾਬੀ ਲਾਈਏ, ਗੁਰੂ ਗਿਆਨ ਮੁਤਾਬਕ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਅਸੀਂ ਜ਼ਿੰਦਗੀ ਜੀਵੀਏ, ਤਾਂ ਸਾਡਾ ਜੀਵਨ ਬਦਲ ਜਾਏਗਾ। ਸਾਨੂੰ ਇੱਕ ਦੂਜੇ ਦੇ ਵਿੱਚ ਰੱਬ ਨਜ਼ਰੀ ਪਵੇਗਾ। ਤੱਧਾ ਅਰਧ ਹੈ ਉਰਧ ਨਿਬੇਰਾ, ਅਰਧ ਹੈ ਉਰਧ ਹੈ ਮੰਝ ਬਸੇਰਾ। ਤੱਧਾ, ਇਹਦਾ ਇੱਥੇ ਆਪਾਂ ਥੋੜਾ ਰੁਕਣਾ ਹੈ। ਤੱਧੇ ਅਕਸ਼ਰ ਰਾਹੀਂ ਉਪਦੇਸ਼ ਕਰ ਰਹੇ ਨੇ। ਉਰਧ ਦਾ ਮਤਲਬ ਹੈ ਉੱਚਾ, ਤੇ ਅਰਧ ਦਾ ਮਤਲਬ ਹੁੰਦਾ ਹੈ ਨੀਵਾਂ। ਨਿਬੇਰਾ ਦਾ ਮਤਲਬ ਨਖੇੜਾ, ਨਿਬੇਰਾ ਦਾ ਮਤਲਬ ਨਖੇੜਾ। ਅਰਧ ਹੈ ਉਰਧ ਹੈ ਮੰਝ ਬਸੇਰਾ। ਉਰਧ ਹੈ ਮੰਝ ਦਾ ਮਤਲਬ ਉੱਚੇ ਪ੍ਰਭੂ ਵਿੱਚ, ਬਸੇਰਾ ਦਾ ਮਤਲਬ ਨਿਵਾਸ। ਤਾਂ ਜਦੋਂ 10ਵੇਂ ਦਵਾਰ ਵਿੱਚ ਦਿਮਾਗ ਵਿੱਚ ਗੁਰੂ ਗਿਆਨ ਦੀ ਕੁੰਜੀ ਲਾਈ, ਤੇ ਜਦੋਂ ਇਹ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜ ਗਿਆ, ਮਨ ਨੀਵਾਂ ਹੈ ਨਾ। ਹੁਣ ਮਨ ਨੀਵਾਂ ਕਿਵੇਂ ਹੈ? ਮਨ ਨੀਵਾਂ ਇਸ ਕਰਕੇ ਹੈ ਕਿ ਸੋਚ ਨੀਵੀਂ ਹੈ। ਬੰਦਾ ਉੱਚਾ ਔਰ ਨੀਵਾਂ ਕੌਣ ਹੁੰਦਾ ਹੈ? ਕੱਦ ਕਰਕੇ ਥੋੜਾ ਉੱਚਾ ਨੀਵਾਂ ਹੈ। ਜਿਹਦੀ ਸੋਚ ਉੱਚੀ ਹੈ ਉਹ ਉੱਚਾ ਹੈ, ਜਿਹਦੀ ਸੋਚ ਨੀਵੀਂ ਹੈ ਉਹ ਨੀਵਾਂ ਹੈ। ਜਿਹਦੀ ਸੋਚ ਵਧੀਆ ਹੈ ਉਹ ਬੰਦਾ ਵਧੀਆ ਹੈ, ਜਿਹਦੀ ਸੋਚ ਘਟੀਆ ਹੈ ਉਹ ਬੰਦਾ ਘਟੀਆ ਹੈ। ਜਿਹਦੀ ਸੋਚ ਚੰਗੀ ਹੈ ਉਹ ਬੰਦਾ ਚੰਗਾ ਹੈ, ਜਿਹਦੀ ਸੋਚ ਮੰਦੀ ਹੈ ਉਹ ਬੰਦਾ ਮੰਦਾ ਹੈ। ਤਾਂ ਜਦੋਂ ਨੀਵੀਂ ਸੋਚ ਵਾਲਾ ਬੰਦਾ ਉੱਚੇ ਪ੍ਰਭੂ ਦੇ ਅੰਦਰ ਵਸੇਬਾ ਕਰਦਾ ਹੈ, ਅਰਧ ਹੈ ਉਰਧ ਹੈ ਮੰਝ ਬਸੇਰਾ, ਇੱਕ ਰੂਪ ਹੋਇਆ। ਜਦੋਂ ਨੀਵੀਂ ਬਿਰਤੀ ਵਾਲਾ ਬੰਦਾ ਉੱਚੀ ਬਿਰਤੀ ਵਾਲੇ ਪ੍ਰਭੂ ਦੇ ਵਿੱਚ ਜੁੜਦਾ ਹੈ, ਨੀਵੀਂ ਸੋਚ ਨੂੰ ਛੱਡ ਕੇ, ਮਾਇਆ ਦੇ ਮੋਹ ਨੂੰ ਛੱਡ ਕੇ, ਉਰਧ ਦੇ ਵਿੱਚ, ਉੱਚੇ ਦੇ ਵਿੱਚ ਜਦੋਂ ਮਿਲਦਾ ਹੈ, ਤਾਂ ਫਿਰ ਕੀ ਹੁੰਦਾ ਹੈ? ਅਰਧ ਹੈ ਉਰਧ ਹੈ ਤੱਧਾ ਅਰਧ ਹੈ ਉਰਧ ਨਿਬੇਰਾ। ਫਿਰ ਅਰਧੇ ਔਰ ਉਰਧੇ ਦਾ, ਨੀਵੇਂ ਔਰ ਉੱਚੇ ਦਾ ਨਖੇੜਾ ਖਤਮ ਹੋ ਜਾਂਦਾ ਹੈ। ਜਿਹੜੀ ਵਿੱਥ ਹੈ ਉਹ ਮਿਟ ਜਾਂਦੀ ਹੈ। ਨੀਵੇਂ ਔਰ ਉੱਚੇ ਦੇ ਅੰਦਰ ਜੋ ਵਿੱਥ ਸੀ ਉਹ ਵਿੱਥ ਮਿਟ ਜਾਂਦੀ ਹੈ। ਜਦੋਂ ਇੱਕ ਬੂੰਦ ਸਮੁੰਦਰ ਤੋਂ ਵੱਖਰੀ ਹੈ, ਬੂੰਦ ਨਿੱਕੀ ਜਿਹੀ ਹੈ, ਸਮੁੰਦਰ ਬਹੁਤ ਵੱਡਾ ਹੈ, ਤੇ ਜਦੋਂ ਉਹ ਬੂੰਦ ਸਮੁੰਦਰ ਦੇ ਵਿੱਚ ਮਿਲ ਜਾਏ, ਉਹਦੇ ਵਿੱਚ ਮਿਲ ਗਈ, ਤੇ ਬੂੰਦ ਦਾ ਔਰ ਸਮੁੰਦਰ ਦਾ ਜਿਹੜਾ ਵਖੇਵਾ ਸੀ ਉਹ ਖਤਮ ਹੋ ਗਿਆ। ਉਹ ਖਤਮ ਹੋ ਗਿਆ, ਨਿਬੇੜਾ ਹੋ ਗਿਆ, ਖਾਤਮਾ ਹੋ ਗਿਆ, ਦੂਰੀ ਜਿਹੜੀ ਹੈ ਉਹ ਮਿਟ ਗਈ। ਤਾਂ ਜਦੋਂ ਛੋਟੀ ਸੋਚ ਵਾਲਾ ਇਨਸਾਨ ਉੱਚੇ ਪ੍ਰਭੂ ਦੇ ਅੰਦਰ ਆਪਣੀ ਜੋਤ ਨੂੰ, ਸੋਚ ਨੂੰ ਮਿਲਾ ਦਿੰਦਾ ਹੈ ਗੁਰੂ ਗਿਆਨ ਰਾਹੀਂ, ਤਾਂ ਫਿਰ ਇਹ ਛੋਟੇ ਔਰ ਜੀਵ ਔਰ ਪ੍ਰਭੂ ਦਾ ਜਿਹੜਾ ਵਿੱਥ ਹੈ ਉਹ ਮਿਟ ਜਾਂਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ ਵਾਲੀ ਅਵਸਥਾ ਜਿਹੜੀ ਹੈ ਉਹ ਬਣ ਜਾਂਦੀ ਹੈ। ਅਗਲਾ ਬਚਨ ਕਰਦੇ ਨੇ, ਅਰਧ ਹੈ ਛਾੜ ਉਰਧ ਜੋ ਆਵਾ। ਅਰਧ ਹੈ ਛਾੜ ਦਾ ਮਤਲਬ ਨੀਵੀਂ ਸੋਚ ਨੂੰ ਛੱਡ ਕੇ, ਜੋ ਦਾ ਮਤਲਬ ਜਦੋਂ, ਉਰਧ ਆਵਾ ਦਾ ਮਤਲਬ ਉੱਚੀ ਅਵਸਥਾ ਵਿੱਚ ਪਹੁੰਚਦਾ ਹੈ, ਉੱਚੀ ਸੋਚ ਵਿੱਚ ਪਹੁੰਚਦਾ ਹੈ। ਜਦੋਂ ਜੀਵ ਨੀਵੀਂ ਸੋਚ ਨੂੰ ਛੱਡ ਕੇ, ਮਾਇਆ ਦੀ ਸੋਚ ਨੂੰ ਛੱਡ ਕੇ, ਜੋ ਮਾਇਆ ਬਾਰੇ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ, ਜਿਹੜੀ ਸੋਚ ਬੰਦੇ ਨੂੰ ਇੱਕ ਦੂਜੇ ਵਿੱਚ ਨਾਲ ਵਿਹਾਰ ਬੰਦੇ ਰੱਬ ਵਰਗਾ ਨਹੀਂ ਕਰਨ ਦਿੰਦੀ, ਜਿਹੜੀ ਸੋਚ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਜਿਹੜੀ ਸੋਚ ਅੰਦਰੋਂ ਬਾਹਰੋਂ ਹੋਰ ਬਣਾ ਦਿੰਦੀ ਹੈ, ਐਸੀ ਮਾੜੀ ਸੋਚ ਨੂੰ ਛੱਡ ਕੇ ਉਰਧ ਜਬ ਆਵਾ, ਜਦੋਂ ਉੱਚੀ ਅਵਸਥਾ ਤੇ ਪਹੁੰਚਦਾ ਹੈ,
ਜਦੋਂ ਪ੍ਰਭੂ ਵਾਲੀ ਸੋਚ ਤੇ ਸਤ ਸੰਤੋਖ ਵਾਲੇ ਗੁਣਾਂ ਦੇ ਵਿੱਚ ਪਹੁੰਚਦਾ ਹੈ ਤਾਂ ਫਿਰ ਕੀ ਹੁੰਦਾ ਹੈ? ਤਾਂ ਅਰਧ ਹੈ ਉਰਧ ਮਿਲਿਆ ਸੁਖ ਪਾਵਾ। ਅਰਧ ਹੈ ਦਾ ਮਤਲਬ ਨੀਵੇਂ ਨੂੰ, ਉਰਧ ਦਾ ਮਤਲਬ ਉੱਚਾ ਪ੍ਰਭੂ, ਮਿਲਿਆ ਦਾ ਮਤਲਬ ਮਿਲ ਗਿਆ, ਸੁਖ ਪਾਵਾ ਦਾ ਮਤਲਬ ਉਹਨੂੰ ਸੁਖ ਮਿਲ ਗਿਆ। ਤਦੋਂ ਇਸ ਨੀਵੀਂ ਸੋਚ ਵਾਲੇ ਇਨਸਾਨ ਨੂੰ ਉੱਚਾ ਪ੍ਰਭੂ ਮਿਲ ਪੈਂਦਾ ਹੈ ਔਰ ਇਹ ਇਨਸਾਨ ਜਿਹੜਾ ਹੈ ਆਤਮਿਕ ਸੁਖ ਹਾਸਲ ਕਰਦਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਸੋਚ ਹੈ ਬੰਦੇ ਦੀ ਜਿਸ ਨੇ ਇਹਨੂੰ ਨੀਵਾਂ ਬਣਾਇਆ ਹੋਇਆ ਹੈ, ਤੇ ਜੇ ਇਹ ਆਪਣੀ ਨੀਵੀਂ ਸੋਚ ਨੂੰ ਛੱਡ ਕੇ ਰੱਬੀ ਗੁਣਾਂ ਦਾ ਧਾਰਨੀ ਹੋ ਜਾਏ, ਰੱਬੀ ਗੁਣਾਂ ਦੇ ਵਿੱਚ ਆਪਣੀ ਸੋਚ ਨੂੰ ਮਿਲਾ ਦੇਵੇ, ਤਾਂ ਇਹ ਇਨਸਾਨ ਰੱਬ ਦਾ ਰੂਪ ਹੋ ਜਾਏਗਾ ਔਰ ਇਹ ਆਤਮਿਕ ਸੁਖ ਪਾਲੇਗਾ। ਇਹਦੀ ਜ਼ਿੰਦਗੀ ਦੇ ਅੰਦਰ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਪੈਦਾ ਹੋ ਜਾਏਗੀ। ਤਾਂ ਜਿਸ ਨੂੰ ਸੌਖੇ ਸ਼ਬਦਾਂ ਨਾਲ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਲਈ ਐਵੇਂ ਸਮਝ ਸਕਦੇ ਹਾਂ ਕਿ ਜੇ ਅਸੀਂ ਗੁਰੂ ਗਿਆਨ ਦੀ ਵਰਤੋਂ ਕਰਕੇ, ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਤੇ ਅਮਲ ਕਰਕੇ ਆਪਣੀ ਨੀਵੀਂ ਸੋਚ ਨੂੰ ਵਿਸ਼ਾਲ ਸੋਚ ਦੇ ਅੰਦਰ ਸਮਾ ਦਈਏ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਆ ਸਕਦੀ ਹੈ, ਪੋਸੀਬਿਲਿਟੀ ਹੈ। ਨੰਨਾ ਨਿਸ ਦਿਨ ਨਿਰਖਤ ਜਾਈ, ਨੰਨੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਸ ਦਾ ਮਤਲਬ ਰਾਤ, ਨਿਰਖਤ ਦਾ ਮਤਲਬ ਵੇਖਦਿਆਂ, ਤੱਕਦਿਆਂ, ਭਾਲ ਕਰਦਿਆਂ, ਨੀਝ ਲਾਉਂਦਿਆਂ, ਉਡੀਕਦਿਆਂ। ਜਾਈ ਦਾ ਮਤਲਬ ਲੰਘਦਾ ਹੈ। ਹੁਣ ਇਸ ਸੰਸਾਰ ਅੰਦਰ ਨਾ ਦੋ ਤਰ੍ਹਾਂ ਦੇ ਮਨੁੱਖ ਨੇ। ਇੱਕ ਮਨੁੱਖ ਐਸੇ ਨੇ ਜਿਹੜੇ ਈਰਖਾ ਦਵੇਸ਼ ਦੇ ਅੰਦਰ ਹੀ ਜ਼ਿੰਦਗੀ ਗੁਜ਼ਾਰ ਰਹੇ ਨੇ, ਜਿਨ੍ਹਾਂ ਦੀ ਸੋਚ ਹਮੇਸ਼ਾ ਵਿਸ਼ੇ ਵਿਕਾਰਾਂ ਦੇ ਵਿੱਚ ਹੈ। ਸੋਚ ਜਿਹੜੀ ਹਮੇਸ਼ਾ ਨੀਵੀਂ ਹੈ, ਉਹ ਕੋਈ ਨਾ ਕੋਈ ਪਾਪ ਕਰਨ ਵਾਸਤੇ ਹੀ ਸੋਚ ਰਹੇ ਨੇ। ਕੁਝ ਲੋਕ ਐਸੇ ਨੇ ਜਿਹੜੇ ਨਾ ਚੰਗਾ ਕਰਨ ਦਾ ਹਰ ਮੌਕਾ ਲੱਭਦੇ ਰਹਿੰਦੇ ਨੇ, ਭਾਲਦੇ ਰਹਿੰਦੇ ਨੇ। ਸੱਚ ਬੋਲਣ ਦਾ ਮੌਕਾ ਮਿਲੇ, ਦਇਆ ਕਰਨ ਦਾ ਮੌਕਾ ਮਿਲੇ, ਪਿਆਰ ਕਰਨ ਦਾ ਮੌਕਾ ਮਿਲੇ, ਸੇਵਾ ਕਰਨ ਦਾ ਮੌਕਾ ਮਿਲੇ। ਉਹਨਾਂ ਦੀ ਸੁਰਤ ਹਮੇਸ਼ਾ ਸ਼ੁਭ ਗੁਣਾਂ ਵਿੱਚ ਲੱਗੀ ਰਹਿੰਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਜੀਵ ਦਾ ਦਿਨ ਰਾਤ ਭਾਵ ਸਾਰਾ ਸਮਾਂ ਪ੍ਰਭੂ ਦੇ ਦੀਦਾਰ ਦੀ ਉਡੀਕ ਵਿੱਚ ਗੁਜ਼ਰਦਾ ਹੈ, ਭਾਵ ਕਿ ਹਰ ਸਮੇਂ ਉਹ ਰੱਬੀ ਰਜ਼ਾ ਦੇ ਵਿੱਚ ਆਪਣੇ ਮਨ ਨੂੰ ਲੀਨ ਕਰੀ ਰੱਖਦਾ ਹੈ, ਰੱਬੀ ਗੁਣਾਂ ਦੇ ਨਾਲ ਜੁੜਿਆ ਰਹਿੰਦਾ ਹੈ। ਨਿਰਖਤ ਨੈਣ ਰਹੇ ਰਤਵਾਈ, ਰਤਵਾਈ ਦਾ ਮਤਲਬ ਰੱਤੇ ਲਾਲ, ਲਾਲ ਦਾ ਮਤਲਬ ਪ੍ਰੇਮ ਦੇ ਅੰਦਰ ਰੰਗੇ ਹੋਏ। ਨਿਰਖਤ ਦਾ ਮਤਲਬ ਵੇਖਦਿਆਂ, ਪ੍ਰਭੂ ਦੀਦਾਰ ਦੀ ਤਾਂਗ ਦੇ ਅੰਦਰ ਲੀਨ ਹੁੰਦਿਆਂ ਹੁੰਦਿਆਂ ਉਹਦੇ ਜੋ ਨੈਣ ਨੇ, ਅੱਖਾਂ ਨੇ, ਪ੍ਰਭੂ ਦੀਦਾਰ ਦੀਆਂ ਮਤਵਾਲੀਆਂ ਹੋ ਜਾਂਦੀਆਂ ਨੇ, ਮਸਤ ਹੋ ਜਾਂਦੀਆਂ ਨੇ। ਉਹ ਪ੍ਰਭੂ ਦੇ ਦੀਦਾਰ ਕਰਕੇ ਹੀ ਆਨੰਦ ਮਾਣਦਾ ਹੈ। ਹਰ ਇੱਕ ਦੇ ਅੰਦਰ ਉਹ ਰੱਬ ਨੂੰ ਵੇਖਦਾ ਹੈ, ਉਹਦੇ ਨੈਣ ਮਸਤ ਨੇ। ਉਹਨੂੰ ਹੁਣ ਹੋਰ ਨਹੀਂ ਕੋਈ ਦਿਸਦਾ। ਜੇ ਕੋਈ ਧੀ ਭੈਣ ਨਜ਼ਰ ਆਈ ਹੈ ਨਾ, ਤਾਂ ਉਹਨੂੰ ਬੇਗਾਨੀ ਨਹੀਂ ਦਿਸ ਰਹੀ, ਉਹਦੇ ਅੰਦਰ ਵਿਕਾਰੀ ਦ੍ਰਿਸ਼ਟੀ ਪੈਦਾ ਨਹੀਂ ਹੋ ਰਹੀ। ਉਹਦੇ ਨੈਣ ਇੰਨੇ ਮਸਤ ਹੋ ਗਏ ਨੇ ਕਿ ਉਹਨੂੰ ਉਹ ਧੀ ਵੀ ਆਪਣੀ ਧੀ ਦਿਸਦੀ ਹੈ। ਜੇ ਹਮ ਉਮਰ ਔਰਤ ਹੈ ਤਾਂ ਉਹ ਆਪਣੀ ਭੈਣ ਦਿਸਦੀ ਹੈ, ਜੇ ਆਪਣੇ ਤੋਂ ਵੱਡੀ ਔਰਤ ਹੈ ਤਾਂ ਉਹਨੂੰ ਆਪਣੀ ਮਾਂ ਦਿਸ ਰਹੀ ਹੈ। ਉਹਦੇ ਨੈਣ ਇੰਨੇ ਮਸਤ ਹੋ ਗਏ ਨੇ, ਇੰਨੀ ਉਹਦੀ ਸੋਚ ਲੀਨ ਹੋ ਗਈ ਹੈ। ਤੇ ਜੋ ਆਮ ਆਦਮੀ ਹੈ, ਜੋ ਉਹਦੀ ਦ੍ਰਿਸ਼ਟੀ, ਉਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਨਾ। ਤਾਂ ਇਹ ਉਹਨਾਂ ਦੀ ਗੱਲ ਹੈ ਜੋ ਦਿਨ ਰਾਤ ਇਹਨਾਂ ਸ਼ੁਭ ਗੁਣਾਂ ਦੀ ਪ੍ਰੈਕਟਿਸ ਕਰਦੇ ਨੇ। ਨਿਰਖਤ ਨਿਰਖਤ ਜਬ ਜਾਏ ਪਾਵਾ, ਜਾਏ ਪਾਵਾ ਦਾ ਮਤਲਬ ਜਾ ਕੇ ਪਾ ਲਿਆ, ਲੱਭ ਲਿਆ। ਦੀਦਾਰ ਦੀ ਤਾਂਗ ਕਰਦਿਆਂ ਕਰਦਿਆਂ, ਸੋਚਦਿਆਂ ਸੋਚਦਿਆਂ, ਬੋਲਦਿਆਂ, ਇਹਨਾਂ ਚੀਜ਼ਾਂ ਨੂੰ ਅਮਲ ਵਿੱਚ ਲਿਆਉਂਦਿਆਂ, ਗੁਰੂ ਗਿਆਨ ਨੂੰ ਇੰਪਲੀਮੈਂਟ ਕਰਦਿਆਂ ਕਰਦਿਆਂ ਆਖਿਰ ਦੀਦਾਰ ਹੋ ਗਿਆ। ਆਖਿਰ ਉਹ ਸੁਰਤ ਪੱਕੀ ਹੋ ਗਈ, ਸੋਚ ਪੱਕੀ ਹੋ ਗਈ, ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਬਣ ਗਿਆ। ਜਦੋਂ ਉਹ ਜਗ੍ਹਾ ਪਾ ਲਈ, ਉਹ ਸੋਚ ਪਾ ਲਈ, ਜਦੋਂ ਸੋਚਦਿਆਂ ਸੋਚਦਿਆਂ, ਦੀਦਾਰ ਦੀ ਤਾਂਗ ਕਰਦਿਆਂ ਕਰਦਿਆਂ, ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਦਿਆਂ ਕਰਦਿਆਂ ਦੀਦਾਰ ਪਾ ਲਿਆ, ਤਬ ਲੈ ਨਿਰਖੈ ਨਿਰਖ ਮਿਲਾਵਾ। ਨਿਰਖੈ ਦਾ ਮਤਲਬ ਭਾਲ ਕਰਨ ਵਾਲੇ ਨੂੰ, ਜੋ ਦੀਦਾਰ ਦੀ ਤਾਂਗ ਕਰ ਰਿਹਾ ਸੀ ਕਿ ਮੈਨੂੰ ਰੱਬ ਦਾ ਦੀਦਾਰ ਹੋਵੇ। ਨਿਰਖ ਦਾ ਮਤਲਬ ਜਿਹਨੂੰ ਤੱਕੀਦਾ ਹੈ। ਦੋ ਚੀਜ਼ਾਂ ਨੇ, ਇੱਕ ਤੱਕਣ ਵਾਲਾ ਔਰ ਇੱਕ ਜਿਸ ਨੂੰ ਅਸੀਂ ਵੇਖ ਰਹੇ ਹਾਂ। ਮੰਨ ਲਓ ਅਸੀਂ ਕਿਸੇ ਰੁੱਖ ਵੱਲ ਵੇਖ ਰਹੇ ਹਾਂ,
ਤਾਂ ਜਿਹੜਾ ਰੁੱਖ ਨੂੰ ਵੇਖਣ ਵਾਲਾ ਹੈ ਉਹ ਹੈ ਨਿਰਖ ਹੈ, ਵੇਖਣ ਵਾਲਾ। ਤੇ ਜਿਹਨੂੰ ਅਸੀਂ ਵੇਖ ਰਹੇ ਹਾਂ ਕਿਸੇ ਰੁੱਖ ਨੂੰ, ਉਹ ਹੈ ਨਿਰਖ। ਹੁਣ ਇੱਥੇ ਨਿਰਖ ਹੈ ਦਾ ਮਤਲਬ ਜਿਹੜਾ ਰੱਬ ਦੀ ਦੀਦਾਰ ਦੀ ਤਾਂਘ ਰੱਖਣ ਵਾਲਾ ਹੈ, ਤੇ ਨਿਰਖ ਦਾ ਮਤਲਬ ਹੈ ਰੱਬ ਜਿਸ ਨੂੰ ਉਹ ਵੇਖਣਾ ਚਾਹੁੰਦਾ ਹੈ। ਤਬਲੇ ਨਿਰਖੈ ਨਿਰਖ ਮਿਲਾਵਾ, ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੇ ਦੀਦਾਰ ਦੀ ਉਡੀਕ ਜਿਹਨੂੰ ਲੱਗੀ ਹੋਈ ਹੈ ਨਾ, ਤਾਂ ਉਹ ਇਸ਼ਟ ਪ੍ਰਭੂ ਦਰਸ਼ਨ ਦੀ ਤਾਂਘ ਰੱਖਣ ਵਾਲੇ ਆਪਣੇ ਪ੍ਰੇਮੀ ਨੂੰ ਆਪਣੇ ਨਾਲ ਆਪ ਮਿਲਾ ਲੈਂਦਾ। ਤਬਲੇ ਨਿਰਖੈ ਨਿਰਖ ਮਿਲਾਵਾ, ਤਾਂ ਜਿਹਦੀ ਉਹ ਤਾਂਘ ਕਰ ਰਿਹਾ ਸੀ ਉਹਨੇ ਆਪ ਉਹਨੂੰ ਆਪਣੇ ਨਾਲ ਮਿਲਾ ਲਿਆ। ਭਾਵ ਉਸ ਮਨੁੱਖ ਦਾ ਰੱਬ ਨਾਲ ਮਿਲਾਪ ਹੋ ਗਿਆ, ਮੀਨਸ ਕਿ ਉਹ ਬੰਦਾ ਹੀ ਰੱਬ ਵਰਗਾ ਹੋ ਗਿਆ, ਉਹਦੀ ਸੋਚ ਹੀ ਸ਼ੁਭ ਗੁਣਾਂ ਦੇ ਅੰਦਰ ਸਮਾ ਗਈ। ਤਾਂ ਇਸ ਤਰ੍ਹਾਂ ਜਿਸ ਦੇ ਅੰਦਰ ਲਗਨ ਹੈ, ਨਿਰਖਤ ਜਾਈ ਦਾ ਮਤਲਬ ਜਿਹਦੇ ਅੰਦਰ ਹਮੇਸ਼ਾ ਲਗਨ ਹੈ ਸਾਰਿਆਂ ਦੇ ਵਿੱਚ ਰੱਬ ਨੂੰ ਵੇਖਣ ਦੀ, ਆਪਣੇ ਅੰਦਰ ਰੱਬੀ ਗੁਣਾਂ ਨੂੰ ਪ੍ਰਗਟ ਕਰਨ ਦੀ, ਰੱਬੀ ਰਜਾ ਵਿੱਚ ਤੁਰਨ ਦੀ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦੀ, ਜਿਸ ਦੇ ਅੰਦਰ ਲਗਨ ਹੈ, ਜਿਸ ਦੇ ਅੰਦਰ ਲਲਕ ਹੈ, ਔਰ ਉਹ ਮਤਵਾਲਾ ਹੈ ਇਸ ਚੀਜ਼ ਦੇ ਅੰਦਰ, ਮਸਤ ਹੋ ਗਿਆ ਹੈ ਜੋ। ਔਰ ਜਦੋਂ ਉਹ ਬੰਦਾ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਕਰ ਲੈਂਦਾ ਹੈ ਤਾਂ ਪ੍ਰਭੂ ਉਹਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਤਾਂ ਇਹਦਾ ਮਤਲਬ ਰੱਬ ਵਰਗੇ ਹੋ ਕੇ ਜੀਵਿਆ ਜਾ ਸਕਦਾ ਹੈ, ਪਰ ਉਹਦੇ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਤਾਂਘ ਦੀ ਲੋੜ ਹੈ ਕਿ ਸਾਡੇ ਅੰਦਰ ਐਸੀ ਤਾਂਘ ਹੋਵੇ। ਪੱਪਾ ਅਪਰ ਪਾਰ ਨਹੀਂ ਪਾਵਾ। ਅਪਰ ਦਾ ਮਤਲਬ ਅਪਰ, ਜਿਹਦੇ ਤੋਂ ਪਰੇ ਹੋਰ ਕੋਈ ਨਹੀਂ ਹੈ, ਜਿਸ ਤੋਂ ਵੱਡਾ ਹੋਰ ਕੋਈ ਨਹੀਂ ਹੈ। ਪਾਰ ਦਾ ਮਤਲਬ ਪਾਰਲਾ ਬੰਨਾ, ਅੰਤ। ਪਾਵਾ ਦਾ ਮਤਲਬ ਪਾਇਆ। ਪੱਪੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ ਕਿ ਪ੍ਰਭੂ ਸਭ ਤੋਂ ਵੱਡਾ ਹੈ, ਅਪਾਰ ਹੈ, ਉਹਦਾ ਅੰਤ ਨਹੀਂ ਲੱਭਿਆ ਜਾ ਸਕਦਾ। ਪਾਰ ਨਹੀਂ ਪਾਵਾ ਦਾ ਮਤਲਬ ਕਿਸੇ ਨੇ ਅੱਜ ਤੱਕ ਉਸ ਦਾ ਅੰਤ ਨਹੀਂ ਲੱਭਿਆ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਤਾਂ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਸੰਸਾਰ ਦਾ। ਜਦੋਂ ਅਸੀਂ ਇਸ ਸੰਸਾਰ ਨੂੰ ਵੇਖਦੇ ਹਾਂ ਤਾਂ ਜਿਵੇਂ ਸਾਨੂੰ ਵਿਗਿਆਨਿਕ ਦੱਸਦੇ ਨੇ ਕਿ ਕਿੰਨੇ ਮਿਲੀਅਨ ਬਿਲੀਅਨ ਟ੍ਰਿਲੀਅਨ ਲਾਈਟ ਈਅਰ ਤੱਕ ਇਹ ਸੰਸਾਰ ਫੈਲਿਆ ਹੋਇਆ ਹੈ, ਤੇ ਉਹ ਅੱਗੇ ਇਹ ਗੱਲ ਕਹਿੰਦੇ ਨੇ ਕਿ ਸਾਡੀ ਪਹੁੰਚ ਇੱਥੋਂ ਤੱਕ ਹੈ, ਲੇਕਿਨ ਸੰਸਾਰ ਅੱਗੇ ਕਿੱਥੋਂ ਤੱਕ ਫੈਲਿਆ ਉਹਦੇ ਬਾਰੇ ਕੋਈ ਪਤਾ ਨਹੀਂ, ਕਿਉਂਕਿ ਅਨੰਤ ਹੈ, ਦਾ ਪਾਰ ਨਹੀਂ ਪਾਇਆ ਜਾਂਦਾ। ਪਰਮ ਜੋਤ ਸਿਉ ਪਰਚੋ ਲਾਵਾ। ਪਰਚੋ ਦਾ ਮਤਲਬ ਹੁੰਦਾ ਹੈ ਪਿਆਰ, ਸਾਂਝ। ਹੁਣ ਜਿਸ ਜੀਵ ਨੇ ਚਾਨਣ ਦੇ ਸੋਮੇ ਪ੍ਰਭੂ ਨਾਲ ਪਿਆਰ ਜੋੜਿਆ, ਪਰਮ ਜੋਤ ਦਾ ਮਤਲਬ ਜੋ ਸਭ ਤੋਂ ਵੱਡਾ ਹੈ, ਚਾਨਣ ਦਾ ਸੋਮਾ ਹੈ, ਗਿਆਨ ਦਾ ਸੋਮਾ ਹੈ, ਸਭ ਤੋਂ ਮਹਾਨ ਹੈ। ਪਰਚੋ ਲਾਵਾ ਦਾ ਮਤਲਬ ਜਿਸ ਨੇ ਉਸ ਪ੍ਰਭੂ ਦੇ ਨਾਲ ਪਿਆਰ ਲਾ ਲਿਆ, ਪ੍ਰੀਤ ਪਾ ਲਈ। ਤੇ ਰੱਬ ਦੇ ਨਾਲ ਪ੍ਰੀਤ ਪਾਉਣ ਦਾ ਮਤਲਬ ਕੀ ਹੈ? ਇਹ ਨਹੀਂ ਕਿ ਮੈਂ ਸਵਾ ਦੇ ਪਤਾਸੇ ਚੜਾਂਗਾ ਤੇ ਮੇਰਾ ਟਰੈਕਟਰ ਨਿਕਲ ਆਵੇ ਲਾਟਰੀ 'ਚ, ਇਹ ਪਿਆਰ ਨਹੀਂ ਹੈ। ਪ੍ਰੀਤ ਪਾਉਣ ਦਾ ਮਤਲਬ ਕਿ ਰੱਬੀ ਰਜਾ ਦੇ ਵਿੱਚ ਤੁਰਨਾ, ਕਿਉਂਕਿ ਜਿਹਦਾ ਪਿਆਰ ਹੋਏਗਾ ਰੱਬ ਨਾਲ, ਉਹ ਰੱਬੀ ਰਜਾ ਵਿੱਚ ਤੁਰੇਗਾ। ਰੱਬ ਦੇ ਨਾਲ ਪ੍ਰੀਤ ਪਾਉਣ ਦਾ ਮਤਲਬ ਹੈ ਰੱਬੀ ਗੁਣਾਂ ਦੇ ਨਾਲ ਪਿਆਰ ਪਾਣਾ, ਸੱਚ ਨਾਲ, ਦਇਆ ਨਾਲ, ਨਿਰਭੈਤਾ ਨਾਲ, ਨਿਰਵੈਰਤਾ ਦੇ ਨਾਲ, ਇਹਨਾਂ ਗੁਣਾਂ ਦੇ ਨਾਲ ਦਿਲੀ ਪਿਆਰ ਹੋਣਾ। ਤੇ ਦਿਲੀ ਪਿਆਰ ਹੋਣਾ ਇਹ ਲਫ਼ਜ਼ੀ ਨਹੀਂ ਹੈ, ਮਤਲਬ ਇਸ ਪਿਆਰ ਨੂੰ ਇੰਪਲੀਮੈਂਟ ਕਰਨਾ ਆਪਣੀ ਜ਼ਿੰਦਗੀ ਦੇ ਅੰਦਰ, ਸ਼ੁਭ ਗੁਣਾਂ ਨੂੰ, ਉਹਨੂੰ ਕਹਿੰਦੇ ਨੇ ਰੱਬੀ ਪਿਆਰ। ਰੱਬੀ ਰਜਾ ਵਿੱਚ ਤੁਰਨਾ ਔਰ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ। ਤਾਂ ਜਿਸ ਮਨੁੱਖ ਨੇ ਉਸ ਰੱਬੀ ਜਿਹੜਾ ਗਿਆਨ ਦਾ ਸੋਮਾ ਹੈ ਉਸ ਦੇ ਨਾਲ ਪਿਆਰ ਜੋੜ ਲਿਆ, ਉਹਦੀ ਨਿਸ਼ਾਨੀ ਹੁਣ ਕੀ ਹੈ? ਜਿਨਨੇ ਰੱਬ ਨਾਲ ਪਿਆਰ ਪਾ ਲਿਆ ਜਾਂ ਜਿਸ ਦੀ ਪ੍ਰਭੂ ਨਾਲ ਪ੍ਰੀਤ ਬਣ ਗਈ, ਪਾਂਚੋਂ ਇੰਦਰੀ ਨਿਗ੍ਰਹਿ ਕਰਈ। ਨਿਗ੍ਰਹਿ ਕਰਈ ਦਾ ਮਤਲਬ ਰੋਕ ਲੈਂਦਾ ਹੈ। ਉਹ ਇਨਸਾਨ ਆਪਣੇ ਪੰਜਾਂ ਇੰਦਰੀਆਂ ਨੂੰ ਕਾਬੂ ਕਰ ਲੈਂਦਾ ਹੈ। ਉਹ ਆਪਣੇ ਪੰਜਾਂ ਗਿਆਨ ਇੰਦਰੀਆਂ ਨੂੰ ਕਾਬੂ ਕਰ ਲੈਂਦਾ ਹੈ। ਕਾਬੂ ਕਰਨ ਦਾ ਮਤਲਬ ਉਹਦੇ ਕੰਟਰੋਲ ਵਿੱਚ ਹੁੰਦੇ ਨੇ ਕਿ ਅੱਖਾਂ ਦੇ ਨਾਲ ਮੈਂ ਕੀ ਵੇਖਣਾ ਹੈ, ਕੰਨਾਂ ਨਾਲ ਮੈਂ ਕੀ ਸੁਣਨਾ ਹੈ, ਜ਼ਬਾਨ ਨਾਲ ਮੈਂ ਕੀ ਬੋਲਣਾ ਹੈ, ਹੱਥਾਂ ਨਾਲ ਮੈਂ ਕੀ ਕਰਨਾ ਹੈ, ਪੈਰਾਂ ਨਾਲ ਮੈਂ ਕਿੱਧਰ ਤੁਰ ਕੇ ਜਾਣਾ ਹੈ, ਮਨ ਦੇ ਨਾਲ ਮੈਂ ਕੀ ਸੋਚਣਾ ਹੈ, ਉਹਦੇ ਕੰਟਰੋਲ ਵਿੱਚ ਨੇ।
ਉਹ ਅੱਖਾਂ ਨਾਲ ਹਰ ਇੱਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਕਰ ਜਾਣਦਾ ਹੈ, ਹਰ ਇੱਕ ਦੇ ਵਿੱਚ ਰੱਬ ਦੀ ਜੋਤ ਨੂੰ ਵੇਖਦਾ ਹੈ। ਉਹ ਕੰਨਾਂ ਨਾਲ ਸੱਚ ਸੁਣਦਾ ਹੈ, ਜ਼ਬਾਨ ਨਾਲ ਮਿੱਠੇ ਪਿਆਰੇ ਬੋਲ ਬੋਲਦਾ ਹੈ, ਹੱਥਾਂ ਨਾਲ ਦਸਾਂ ਨਵਾਂ ਦੀ ਕਿਰਤ ਕਰਦਾ ਹੈ, ਬੇਗਾਨੇ ਹੱਕ ਨਹੀਂ ਖਾਂਦਾ, ਪੈਰਾਂ ਨਾਲ ਸਿੱਧੇ ਧਰਮ ਦੇ ਰਾਹਾਂ ਤੇ ਤੁਰਦਾ ਹੈ, ਵਿਕਾਰਾਂ ਵੱਲ ਨਹੀਂ ਜਾਂਦਾ। ਉਹ ਆਪਣੇ ਗਿਆਨ ਇੰਦਰੀਆਂ ਨੂੰ ਕੰਟਰੋਲ ਕਰ ਲੈਂਦਾ ਹੈ, ਜਿਹਦਾ ਪਿਆਰ ਰੱਬ ਦੇ ਨਾਲ ਹੁੰਦਾ ਹੈ। ਪਾਪ ਪੁੰਨ ਦੋ ਨਿਰਵਰਈ, ਨਿਰਵਰਈ ਦਾ ਮਤਲਬ ਨਿਵਾਰ ਦਿੰਦਾ ਹੈ, ਦੂਰ ਕਰ ਦਿੰਦਾ ਹੈ। ਤਾਂ ਉਹ ਜੀਵ ਜਿਹੜਾ ਹੈ ਉਹ ਪੁੰਨ ਔਰ ਪਾਪ ਦੋਵਾਂ ਨੂੰ ਹੀ ਤਿਆਗ ਦਿੰਦਾ ਹੈ। ਇੰਦਰੀਆਂ ਨੂੰ ਇਸ ਤਰ੍ਹਾਂ ਪੂਰਨ ਤੌਰ ਤੇ ਕਾਬੂ ਕਰਦਾ ਹੈ ਕਿ ਉਹਨੂੰ ਆਪਣੇ ਕੰਮਾਂ ਬਾਰੇ ਇਹ ਸੋਚਣ ਦੀ ਲੋੜ ਨਹੀਂ ਹੁੰਦੀ ਕਿ ਇਹ ਪਾਪ ਹੈ ਕਿ ਪੁੰਨ ਹੈ। ਉਹਨੂੰ ਇਹ ਨਹੀਂ ਸੋਚਣਾ ਪੈਂਦਾ ਕਿ ਪੁੰਨ ਹੈ ਪਾਪ ਹੈ। ਉਹਦੇ ਸਾਰੇ ਕੰਮ ਵਿਕਾਰਾਂ ਤੋਂ ਆਟੋਮੈਟਿਕਲੀ ਰਹਿਤ ਹੁੰਦੇ ਨੇ। ਉਹਨੂੰ ਵੱਖਰਾ ਕੋਈ ਧਿਆਨ ਲਾਉਣ ਦੀ ਲੋੜ ਨਹੀਂ ਰਹਿੰਦੀ, ਉਹਨੂੰ ਵੱਖਰੇ ਕਿਸੇ ਸਪੈਸ਼ਲ ਗਿਆਨ ਦੀ ਲੋੜ ਨਹੀਂ ਰਹਿੰਦੀ। ਉਹਦੇ ਵਾਸਤੇ ਜੇਤਾ ਪੇਖਨ ਤੇਤਾ ਧਿਆਨ, ਉਹ ਸਮਾਧੀ ਲਾ ਕੇ ਨਹੀਂ ਬਹਿੰਦਾ। ਜਿਹਨੇ ਰੱਬੀ ਗੁਣਾਂ ਨਾਲ ਪ੍ਰੀਤ ਪਾ ਲਈ, ਰੱਬੀ ਰਜਾ ਵਿੱਚ ਤੁਰਿਆ, ਜਿਹਨੇ ਪੰਜਾਂ ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਕਰ ਲਿਆ, ਜੇਤਾ ਪੇਖਨ ਤੇਤਾ ਧਿਆਨ, ਉਹਨੂੰ ਸਮਾਧੀ ਲਾਉਣ ਦੀ ਲੋੜ ਨਹੀਂ ਹੈ। ਉਹ ਜਿੰਨਾ ਵੀ ਵੇਖਦਾ ਹੈ, ਜਿੱਧਰ ਵੇਖਦਾ ਹੈ, ਉਹਦਾ ਧਿਆਨ ਹੀ ਹੁੰਦਾ ਹੈ। ਉਹੀ ਉਹਦੀ ਸਮਾਧੀ ਹੈ। ਉਹਦੀ ਸਮਾਧੀ ਖੁੱਲੀਆਂ ਅੱਖਾਂ ਦੀ ਹੈ, ਕਿਉਂਕਿ ਉਹ ਜਲ ਥਲ ਮਹੀਲ ਪੂਰਿਆ, ਰੁੱਖਾਂ ਦਰਖਤਾਂ ਵਣਾਂ ਤ੍ਰਿਣਾਂ ਦੇ ਅੰਦਰ ਉਸ ਪ੍ਰਭੂ ਨੂੰ ਹੀ ਵੇਖ ਰਿਹਾ ਹੈ, ਸੰਸਾਰ ਨੂੰ ਰੱਬ ਦੇ ਰੂਪ ਵਿੱਚ ਹੀ ਵੇਖ ਰਿਹਾ ਹੈ। ਜੇਤਾ ਬੋਲਣ ਤੇਤਾ ਗਿਆਨ, ਉਹ ਜੋ ਕੁਝ ਵੀ ਬੋਲਦਾ ਹੈ ਉਹ ਗਿਆਨ ਹੀ ਹੁੰਦਾ ਹੈ, ਕਿਉਂਕਿ ਉਹਨੇ ਝੂਠ ਬੋਲਣਾ ਹੀ ਨਹੀਂ, ਉਹਨੇ ਕੋਈ ਪਖੰਡਵਾਦ ਦੀ ਗੱਲ ਹੀ ਨਹੀਂ ਕਰਨੀ, ਉਹਨੇ ਰੱਬੀ ਰਜਾ ਤੋਂ ਉਲਟ ਗੱਲ ਕਰਨੀ ਹੀ ਨਹੀਂ। ਉਹਨੇ ਗੱਲ ਹੀ ਉਹ ਕਰਨੀ ਹੈ, ਬੋਲ ਹੀ ਉਹ ਬੋਲਣੇ ਨੇ ਜੋ ਯੂਨੀਵਰਸਲ ਟਰੁੱਥ ਹੈ। ਉਹਦਾ ਜਿੰਨਾ ਵੀ ਸੁਣਨਾ ਹੈ ਉਹਦਾ ਸੱਚ ਦੇ ਉੱਤੇ ਆਧਾਰਿਤ ਹੈ। ਉਹਦਾ ਕੋਈ ਕਰਮ ਜਿਹੜਾ ਹੈ ਪਾਪ ਔਰ ਪੁੰਨ ਦਾ ਉੱਥੇ ਕੋਈ ਸੋਚ ਰਹਿ ਨਹੀਂ ਜਾਂਦੀ, ਕਿਉਂਕਿ ਉਹਦੇ ਕੰਮ ਯੂਨੀਵਰਸਲ ਟਰੁੱਥ ਦੇ ਉੱਤੇ ਬੇਸਡ ਹੁੰਦੇ ਨੇ। ਉਹ ਇਹ ਨਹੀਂ ਕਰਦਾ ਫਿਰਦਾ ਕਿ ਇਹ ਪੁੰਨ ਹੈ ਤੇ ਪਾਪ ਹੈ। ਉਹ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਰੱਬੀ ਰਜਾ ਦੇ ਵਿੱਚ ਤੁਰਦਾ ਹੈ। ਮਤਲਬ ਕਿ ਉਹਦਾ ਜਿਹੜਾ ਹਰੇਕ ਕੰਮ ਹੈ ਨਾ, ਉਹ ਵਿਕਾਰਾਂ ਤੋਂ ਰਹਿਤ ਹੁੰਦਾ ਹੈ। ਇਹਨੂੰ ਕਹਿੰਦੇ ਨੇ ਪਾਪ ਪੁੰਨ ਨਿਰਵਰਈ। ਫੱਫਾ ਬਿਨ ਫੂਲਹਿ ਫਲ ਹੋਈ। ਦੇਖੋ ਹੁਣ ਆਮ ਜੋ ਦੁਨਿਆਵੀ ਚੀਜ਼ਾਂ ਨੇ, ਰੁੱਖ ਦਰਖਤ ਨੇ, ਇਹਨਾਂ ਦੇ ਉੱਤੇ ਜੇ ਫਲ ਲੱਗਣਗੇ ਤਾਂ ਹੀ ਫੁੱਲ ਲੱਗਣਗੇ, ਤਾਂ ਫਲ ਲੱਗਣਗੇ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗੇ ਤਾਂ ਫੂਲ ਬਿਲਾਏ। ਰੁੱਖਾਂ ਦਰਖਤਾਂ ਨੂੰ ਪੱਤੇ ਆਉਂਦੇ ਨੇ, ਫੁੱਲ ਲੱਗਦੇ ਨੇ, ਉਹਨਾਂ ਫੁੱਲਾਂ ਤੋਂ ਬਾਅਦ ਫਲ ਆਉਂਦੇ ਨੇ ਤੇ ਫੁੱਲ ਖਤਮ ਹੋ ਜਾਂਦੇ। ਹੁਣ ਇੱਥੇ ਬਿਨ ਫੂਲਹਿ ਦਾ ਮਤਲਬ ਉਹ ਫੁੱਲ ਨਹੀਂ ਹਨ। ਇੱਥੇ ਫੁੱਲ ਦਾ ਮਤਲਬ ਹੈ ਫੁੱਲਣਾ। ਜਿਵੇਂ ਫਲਾਣਾ ਬੰਦਾ ਵੀ ਬੜਾ ਫੁੱਲਿਆ ਫਿਰਦਾ ਹੈ, ਆਫਰਿਆ ਫਿਰਦਾ ਹੈ। ਇੱਥੇ ਫੁੱਲ ਦਾ ਮਤਲਬ ਹੈ ਹੰਕਾਰ। ਬਿਨ ਫੂਲੇ ਦਾ ਮਤਲਬ ਫੁੱਲਣ ਤੋਂ ਬਿਨਾ। ਜੇ ਬੰਦਾ ਫੁੱਲਣਾ ਛੱਡ ਦੇਵੇ, ਜੇ ਆਪਣੇ ਸਰੀਰ ਤੇ, ਆਪਣੇ ਗਿਆਨ ਤੇ, ਆਪਣੇ ਧਨ ਤੇ ਜਾਂ ਹੋਰ ਵਸਤੂਆਂ ਤੇ ਮਾਣ ਕਰਨਾ ਛੱਡ ਦੇਵੇ, ਈਗੋ ਦਾ ਤਿਆਗ ਕਰ ਦੇਵੇ। ਫੱਫਾ ਬਿਨ ਫੂਲੇ ਫਲ ਹੋਈ। ਫਲ ਹੋਈ ਦਾ ਮਤਲਬ ਮਨੁੱਖਾ ਜਨਮ ਦਾ ਫਲ, ਮਨੋਰਥ, ਉਸ ਮਨੋਰਥ ਦੀ ਸੂਝ। ਤਾਂ ਗੁਰੂ ਜੀ ਕਹਿੰਦੇ ਨੇ ਜੇ ਜੀਵ ਆਪਣੇ ਤੇ ਮਾਣ ਕਰਨਾ ਛੱਡੇ, ਆਪਣਾ ਹੰਕਾਰ ਛੱਡੇ, ਤਾਂ ਇਹਨੂੰ ਫਲ ਮਿਲ ਸਕਦਾ ਹੈ, ਤਾਂ ਇਹ ਆਪਣੇ ਮਨੋਰਥ ਨੂੰ ਹਾਸਲ ਕਰ ਸਕਦਾ ਹੈ, ਤਾਂ ਇਹਨੂੰ ਸੁਖ ਸ਼ਾਂਤੀ ਆਨੰਦ ਖੇੜਾ ਮਿਲ ਸਕਦਾ ਹੈ। ਅਸੀਂ ਕਿਹੜਾ ਫਲ ਚਾਹੁੰਦੇ ਹਾਂ? ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਵਿਚਾਰ ਕੀਤੀ ਹੈ ਕਿ ਤਿੰਨ ਸਾਂਝੀਆਂ ਮੰਗਾਂ ਨੇ ਸਾਡੀਆਂ, ਕਿ ਮੈਨੂੰ ਸੁਖ ਮਿਲੇ, ਮੈਨੂੰ ਮਾਣ ਆਦਰ ਔਰ ਸਤਿਕਾਰ ਮਿਲੇ, ਔਰ ਮੈਨੂੰ ਮੁਕਤੀ ਮਿਲੇ। ਇਹ ਆਮ ਮੰਗਾਂ ਨੇ ਨਾ ਬੰਦੇ ਦੀਆਂ, ਇਹ ਫਲ ਬੰਦਾ ਚਾਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਹ ਫਲ ਮਨੋਰਥ ਜਿਹੜਾ ਹੈ ਮਿਲ ਸਕਦਾ ਹੈ ਜੇ ਬੰਦਾ ਆਪਣੀ ਈਗੋ ਨੂੰ ਛੱਡੇ, ਆਪਣੇ ਹੰਕਾਰ ਨੂੰ ਛੱਡੇ। ਤੇ ਯਾਦ ਰੱਖਣਾ, ਹੰਕਾਰ ਛੱਡਣ ਦਾ ਮਤਲਬ ਹੈ ਰੱਬੀ ਰਜਾ ਵਿੱਚ ਤੁਰਨਾ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਜਿਹੜਾ ਰੱਬੀ ਰਜਾ ਨੂੰ ਸਮਝ ਲੈਂਦਾ ਨਾ, ਫਿਰ ਉਹ ਇਹ ਨਹੀਂ ਕਹਿੰਦਾ ਕਿ ਮੈਂ ਰੱਬੀ ਰਜਾ ਤੋਂ ਉਲਟ ਵੀ ਕੁਝ ਕਰ ਸਕਦਾ ਹਾਂ।
ਰੱਬੀ ਰਜਾ ਤੋਂ ਉਲਟ ਕੁਝ ਵੀ ਕਰਨ ਦੇ ਭਾਵ ਦਾ ਤਿਆਗ ਕਰ ਦੇਣਾ ਹੀ ਹੰਕਾਰ ਦਾ ਤਿਆਗ ਹੈ। ਤੇ ਇਸ ਈਗੋ ਦੇ ਅੰਦਰ ਦੋ ਵਿੰਗੜੇ ਹੋਏ ਰੂਪ ਨੇ ਜਿਨ੍ਹਾਂ ਬਾਰੇ ਆਪਾਂ ਆਮ ਵਿਚਾਰ ਕੀਤੀ ਹੈ, ਇਨਫੀਰੀਓਰਿਟੀ ਕੰਪਲੈਕਸ ਵੀ ਔਰ ਸੁਪਰੀਓਰਿਟੀ ਕੰਪਲੈਕਸ ਵੀ। ਤਾਂ ਗੁਰੂ ਜੀ ਕਹਿੰਦੇ ਨੇ ਜੇ ਬੰਦਾ ਆਪਣੇ ਹੰਕਾਰ ਨੂੰ ਛੱਡ ਦੇਵੇ, ਫੁੱਲੇ ਨਾ, ਤਾਂ ਇਹਦੀ ਜ਼ਿੰਦਗੀ ਦੇ ਅੰਦਰ ਫਲ ਪੈਦਾ ਹੋ ਸਕਦਾ ਹੈ। ਤਾ ਫਲ ਫੰਕ ਲਖੈ ਜੋ ਕੋਈ, ਇੱਥੇ ਤਾਂ ਨਹੀਂ ਪੜਨਾ, ਇੱਥੇ ਪੜਨਾ ਹੈ ਤਾ। ਫੰਕ ਦਾ ਮਤਲਬ ਹੁੰਦਾ ਹੈ ਫਾੜੀ, ਜਿਹਨੂੰ ਅਸੀਂ ਇੰਗਲਿਸ਼ ਵਿੱਚ ਪੀਸ ਕਹਿੰਦੇ ਆ ਨਾ, ਹਿੰਦੀ ਵਿੱਚ ਟੁਕੜਾ ਕਹਿੰਦੇ ਆ, ਤੇ ਪੰਜਾਬੀ ਵਿੱਚ ਕਹਿ ਦਿੰਦੇ ਨੇ ਫਾੜੀ। ਵੈਸੇ ਅਸੀਂ ਇਹਨਾਂ ਚੀਜ਼ਾਂ ਨੂੰ ਗਵਾਉਂਦੇ ਜਾ ਰਹੇ ਹਾਂ, ਜਿਵੇਂ ਅਸੀਂ ਕਹਿੰਦੇ ਸੰਤਰੇ ਦੀ ਇੱਕ ਨਿੱਕੀ ਜਿਹੀ ਫਾੜੀ, ਇੱਥੇ ਉਸ ਫਾੜੀ ਦੀ ਗੱਲ ਹੈ ਕਿ ਸੰਤਰੇ ਦੀ ਇੱਕ ਫਾੜੀ। ਤਾਫਲ ਫੰਕ, ਫੰਕ ਦਾ ਮਤਲਬ ਨਿੱਕੀ ਜਿਹੀ ਫਾੜੀ, ਰਤਾ ਕੋ ਹਿੱਸਾ। ਤਾਫਲ ਫੰਕ ਦਾ ਮਤਲਬ ਉਸ ਫਲ ਦੀ ਨਿੱਕੀ ਜਿਹੀ ਫਾੜੀ, ਯਾਨੀ ਰੱਬੀ ਸੂਝ ਦਾ ਨਿੱਕਾ ਜਿਹਾ ਝਲਕਾਰਾ। ਕਿ ਜਦੋਂ ਬੰਦਾ ਈਗੋ ਨੂੰ ਗਵਾਉਂਦਾ ਹੈ, ਰੱਬੀ ਰਜਾ ਵਿੱਚ ਤੁਰਦਾ ਹੈ, ਤੇ ਉਸ ਰੱਬੀ ਰਜਾ ਦੇ ਅੰਦਰ ਤੁਰਨ ਦਾ ਜਾਂ ਸ਼ੁਭ ਗੁਣਾ ਨੂੰ ਵਰਤਨ ਦਾ ਜਿਹੜਾ ਫਲ ਮਿਲਦਾ ਨਾ, ਸਵਾਦ ਆਉਂਦਾ, ਰਸ ਆਉਂਦਾ, ਉਹਦੀ ਗੱਲ ਕਰਦਾ। ਤਾਫਲ ਫੰਕ ਦਾ ਮਤਲਬ ਜੇ ਉਹਦਾ ਥੋੜਾ ਜਿਹਾ ਵੀ ਬੰਦਾ ਰਸ ਚੱਖ ਲਵੇ, ਜੇ ਉਹਦੇ ਥੋੜੇ ਜਿਹੇ ਝਲਕਾਰੇ ਨੂੰ ਵੀ ਮਾਣ ਲਵੇ, ਤਾਫਲ ਫੰਕ ਲਖੈ ਜੋ ਕੋਈ, ਜੇ ਕੋਈ ਉਸ ਰੱਬੀ ਸੂਝ ਦਾ ਰਤਾ ਕੁ ਝਲਕਾਰਾ ਵੀ ਸਮਝ ਲਵੇ ਕਿ ਸਾਰਿਆਂ ਦੇ ਅੰਦਰ ਪ੍ਰਭੂ ਵਸਦਾ ਹੈ, ਆ ਸਾਰਾ ਸੰਸਾਰ ਰੱਬ ਦਾ ਰੂਪ ਹੈ, ਜੇ ਇਸ ਚੀਜ਼ ਨੂੰ ਇੰਪਲੀਮੈਂਟ ਕਰੇ ਔਰ ਇੰਪਲੀਮੈਂਟ ਕਰਕੇ ਜੋ ਅੰਦਰ ਖੁਸ਼ੀ ਮਿਲੇ, ਉਹਨੂੰ ਕਹਿ ਰਹੇ ਨੇ ਤਾਫਲ ਫੰਕ। ਜੇ ਉਸ ਝਲਕਾਰੇ ਨੂੰ ਥੋੜਾ ਜਿਹਾ ਵੀ ਬੰਦਾ ਮੰਨ ਲਵੇ ਤਾਂ ਫਿਰ ਕੀ ਹੋਏਗਾ? ਦੂਣ ਨਾ ਪਰਈ ਫੰਕ ਵਿਚਾਰੇ। ਦੂਣ ਕਹਿੰਦੇ ਨੇ ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨੀ ਇਲਾਕਾ। ਜਿਵੇਂ ਇੱਕ ਪਹਾੜ ਹੋਵੇ ਕੋਈ 20-50 ਕਿਲੋਮੀਟਰ ਦੂਰ, ਦੂਜਾ ਵੀ ਇੰਨਾ, ਤੇ ਉਹਨਾਂ ਦੋ ਪਹਾੜਾਂ ਦੇ ਵਿੱਚ ਜਿਹੜਾ ਮੈਦਾਨੀ ਇਲਾਕਾ ਹੁੰਦਾ ਉਹਨੂੰ ਕਹਿੰਦੇ ਨੇ ਦੂਣ। ਦੂਣ ਦਾ ਇਲਾਕਾ, ਪਹਾੜਾਂ ਦੇ ਵਿੱਚ ਮੈਦਾਨੀ ਇਲਾਕਾ। ਨਾ ਪਰਈ ਦਾ ਮਤਲਬ ਨਹੀਂ ਪੈਂਦਾ। ਫੰਕ ਵਿਚਾਰੇ ਦਾ ਮਤਲਬ ਜੇ ਉਸ ਫਾੜੀ ਦਾ, ਜੇ ਉਸ ਗਿਆਨ ਦਾ ਰਤਾ ਕੁ ਝਲਕਾਰਾ ਮਾਣੇ, ਤਾਂ ਜੇ ਉਸ ਝਲਕਾਰੇ ਨੂੰ, ਉਸ ਗਿਆਨ ਨੂੰ ਬੰਦਾ ਵਿਚਾਰੇ, ਤਾਂ ਦੂਣ ਨਾ ਪਰਈ ਦਾ ਮਤਲਬ ਰੱਬ ਦੇ ਨਾਲੋਂ ਫਿਰ ਵਿੱਥ ਨਹੀਂ ਪੈਂਦੀ, ਫਿਰ ਬੰਦੇ ਦੀ ਰੱਬ ਦੇ ਨਾਲੋਂ ਦੂਰੀ ਨਹੀਂ ਬਣਦੀ, ਫਿਰ ਉਹ ਬੰਦਾ ਰੱਬ ਦੇ ਵਿੱਚ ਮਿਲ ਕੇ ਰੱਬ ਵਰਗਾ ਹੀ ਹੋਇਆ ਰਹਿੰਦਾ ਹੈ। ਫਿਰ ਉਹਦੇ ਜੀਵਨ ਦੀ ਭੱਜ ਦੌੜ ਖਤਮ ਹੋ ਜਾਂਦੀ ਹੈ, ਫਿਰ ਉਹਦੀ ਭਟਕਣਾ ਮੁੱਕ ਜਾਂਦੀ ਹੈ, ਫਿਰ ਉਹ ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ, ਫਿਰ ਉਹਦੀ ਵਿੱਥ ਨਹੀਂ ਪੈਂਦੀ ਹੈ। ਤਾਫਲ ਫੰਕ ਸਭੈ ਤਨ ਫਾਰੈ। ਸਭੈ ਤਨ ਦਾ ਮਤਲਬ ਸਾਰੇ ਸਰੀਰ ਨੂੰ, ਫਾੜੈ, ਫਾੜੈ ਦਾ ਮਤਲਬ ਫਾੜੈ, ਫਾੜ ਦਿੰਦਾ ਹੈ, ਪਾੜ ਦਿੰਦਾ ਹੈ, ਨਾਸ ਕਰ ਦਿੰਦਾ ਹੈ। ਸਭੈ ਤਨ ਦਾ ਮਤਲਬ ਸਰੀਰ ਦਾ ਸਾਰਾ ਦੇਹ ਅਧਿਆਸ, ਜੋ ਮੋਹ ਹੈ, ਜਿਹੜੀ ਉਹ ਫਾੜੀ ਹੈ ਨਾ ਗਿਆਨ ਦੀ, ਉਹ ਸੂਝ ਦਾ ਜਿਹੜਾ ਝਲਕਾਰਾ ਹੈ, ਰੱਬੀ ਸੂਝ ਦਾ ਨਿੱਕਾ ਜਿਹਾ ਝਲਕਾਰਾ ਬੰਦੇ ਦੇ ਦੇਹ ਅਧਿਆਸ ਨੂੰ, ਭਾਵ ਕਿ ਜੋ ਸਰੀਰ ਦਾ ਮਾਨ ਹੈ ਔਰ ਮੋਹ ਵਿਕਾਰ ਨੇ, ਉਹਨਾਂ ਸਾਰਿਆਂ ਨੂੰ ਪਾੜ ਕੇ ਮੁਕਾ ਦਿੰਦਾ ਹੈ, ਉਹਨਾਂ ਸਾਰਿਆਂ ਨੂੰ ਪਾੜ ਕੇ ਖਤਮ ਕਰ ਦਿੰਦਾ ਹੈ। ਫਿਰ ਬੰਦੇ ਦੀ ਜ਼ਿੰਦਗੀ ਦੇ ਅੰਦਰ ਮਾਣ ਹੰਕਾਰ ਨਹੀਂ ਰਹਿੰਦੇ, ਉਹਨਾਂ ਨੂੰ ਉਹ ਗਿਆਨ ਦਾ ਨਿੱਕਾ ਜਿਹਾ ਝਲਕਾਰਾ ਹੀ ਲੀਰੋ ਲੀਰ ਕਰ ਦਿੰਦਾ ਹੈ। ਤਾਂ ਇਸ ਚੀਜ਼ ਨੂੰ ਫਿਰ ਦੁਬਾਰਾ ਥੋੜਾ ਜਿਹਾ ਸਮਝ ਲਓ। ਫੱਫਾ ਬਿਨ ਫੂਲੇ ਫਲ ਹੋਈ, ਇਹ ਜਿਹੜਾ ਫਲ ਹੈ ਨਾ ਗਿਆਨ ਦਾ ਜਾਂ ਸੁੱਖਾਂ ਦਾ, ਆਤਮਿਕ ਆਨੰਦ ਦਾ, ਇਹ ਤਾਂ ਮਿਲੇਗਾ ਜੇ ਫੁੱਲਣ ਤੋਂ ਬਿਨਾਂ, ਹੰਕਾਰ ਤੋਂ ਬਿਨਾਂ, ਜੇ ਬੰਦਾ ਆਪਣੀ ਈਗੋ ਨੂੰ ਛੱਡ ਦੇਵੇ। ਤਾਫਲ ਫੰਕ ਲਖੈ ਜੋ ਕੋਈ, ਉਹ ਜੋ ਗਿਆਨ ਦੀ ਅਵਸਥਾ ਹੈ, ਜੇ ਉਹਨੂੰ ਬੰਦਾ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ ਔਰ ਉਸ ਸੁੱਖ ਨੂੰ ਥੋੜਾ ਜਿਹਾ ਵੀ ਮੰਨ ਲਵੇ, ਦੂਣ ਨਾ ਪਰਈ ਫੰਕ ਵਿਚਾਰੈ, ਤਾਂ ਉਦੋਂ ਦੂਣ ਨਾ ਪਰਈ ਦਾ ਮਤਲਬ ਜੋ ਦੋ ਪਹਾੜਾਂ ਦੇ ਵਿੱਚ ਮੈਦਾਨੀ ਇਲਾਕਾ ਹੈ, ਯਾਨੀ ਰੱਬ ਦੇ ਨਾਲੋਂ ਦੂਰੀ ਨਹੀਂ ਬਣਦੀ। ਜਦੋਂ ਗੁਰੂ ਗਿਆਨ ਦੀ ਬੰਦਾ ਵਿਚਾਰ ਕਰਦਾ ਹੈ, ਉਦੋਂ ਦੂਰੀ ਨਹੀਂ ਬਣਦੀ। ਤਾਫਲ ਫੰਕ ਸਭੈ ਤਨ ਫਾਰੈ। ਤਾਫਲ ਫੰਕ ਦਾ ਮਤਲਬ ਉਹ ਜੋ ਗਿਆਨ ਦੀ ਅਵਸਥਾ ਹੈ, ਜੋ ਗੁਰੂ ਦਾ ਗਿਆਨ ਹੈ,
ਉਹ ਸਰੀਰ ਦੇ ਸਾਰੇ ਦੇ ਅਭਿਆਸ ਨੂੰ, ਸਾਰੇ ਮਾਣ ਨੂੰ, ਸਾਰੇ ਵਿਕਾਰਾਂ ਨੂੰ ਫਾੜ ਦਿੰਦਾ ਹੈ, ਲੀਰੋ ਲੀਰ ਕਰ ਦਿੰਦਾ ਹੈ।